ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਿੰਦਰ ਸਿੰਘ ਜ਼ੀਰਾ ਮੌਜੂਦ ਨੇ। ਜ਼ੀਰਾ ਸ਼ਰਾਬ ਫੈਕਟਰੀ ਵਾਲੇ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਹੁਣ ਕਿੱਥੇ ਕੁ ਜਾ ਕੇ ਗੱਲ ਅੜੀ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਥੈਂਕ ਯੂ ਸੁਖਵਿੰਦਰ, ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਵੱਡਾ ਸਵਾਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਸ਼ਰਾਬ ਫੈਕਟਰੀ ਬੰਦ ਕਰਨ ਦਾ ਅਸੀਂ ਐਲਾਨ ਕਰਦੇ ਹਾਂ। ਹਾਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ। ਤੁਹਾਡੇ ਜਿਹੜੇ ਉੱਥੇ ਕਿਸਾਨ ਜਥੇਬੰਦੀਆਂ ਜਾਂ ਪਿੰਡਾਂ ਦੇ ਲੋਕ ਜਾਂ ਤੁਸੀਂ ਜਿਹੜੇ ਆਗੂ ਅੱਗੇ ਮੂਹਰੇ ਲੱਗੇ ਨੇ, ਉਹ ਸਾਰੇ ਕਹਿ ਰਹੇ ਨੇ ਕਿ ਨੋਟੀਫਿਕੇਸ਼ਨ ਤਾਂ ਦੇ ਦਿਓ। ਤੇ ਹੁਣ ਖਬਰ ਆ ਗਈ ਕਿ ਜ਼ੀਰਾ ਫੈਕਟਰੀ ਦੇ ਮਾਲਕਾਂ ਨੇ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਨੂੰ ਵਾਪਸ ਕਰਾਉਣ ਦੇ ਲਈ, ਜਾਂ ਕਹਿ ਲਓ ਕਿ ਉਹਨਾਂ ਹੁਕਮਾਂ ਦੇ ਖਿਲਾਫ, ਕਿ ਏਦਾਂ ਜ਼ੁਬਾਨੀ ਕਲਾਮੀ ਫੈਕਟਰੀਆਂ ਥੋੜਾ ਬੰਦ ਹੁੰਦੀਆਂ ਨੇ ਜਾਂ ਕੋਈ ਨਾ ਕੋਈ ਹੋਰ ਉਹਨਾਂ ਨੇ ਜਿਹੜੀ ਕਾਨੂੰਨੀ ਚਾਰਾਜੋਈ ਕਰਦੇ ਆ, ਮਾਣਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਤੇ ਉਹਦੇ ਉੱਤੇ ਸਰਕਾਰ ਤੋਂ ਜਵਾਬ ਮੰਗ ਲਿਆ ਗਿਆ। ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ 26 ਜਨਵਰੀ ਦਾ ਦਿਹਾੜਾ ਆ, ਆਪਣੇ ਸੰਬੋਧਨਾਂ 'ਚ ਜ਼ਿਕਰ ਕਰ ਰਹੇ ਨੇ, ਹਰ ਥਾਂ ਤੇ ਕਰਦੇ ਨੇ ਕਿ ਮੈਂ ਜੀ ਦੁੱਖ ਮੰਤਰੀ ਆ, ਤੁਹਾਡੇ ਦੁੱਖ ਵੰਡਾਉਣ ਆਇਆ। ਬਿਲਕੁਲ ਸੁਖਵਿੰਦਰ, ਗੱਲ ਤਾਂ ਇਹ ਹੈ ਕਿ ਸੈਂਸ ਹੈ ਕਿਸੇ ਵਰਡ ਦੀ, ਉਹ ਇੱਕ ਮਤਲਬ ਉਹਨਾਂ ਦਾ ਪਿਛੋਕੜ ਕਲਾਕਾਰੀ ਦਾ ਹੈ ਤੇ ਕਲਾਕਾਰੀ ਦੇ ਪਿਛੋਕੜ ਵਾਲੇ ਬੰਦਿਆਂ ਕੋਲੇ ਮਤਲਬ ਇਸ ਤਰ੍ਹਾਂ ਦੇ ਡਾਇਲੌਗਸ ਜਿਹੜੇ ਹੁੰਦੇ ਆ ਉਹ ਕਾਫੀ ਹੁੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਰੀਅਲ ਸੈਂਸ ਦੇ ਵਿੱਚ ਹੀ ਅਸੀਂ ਡਿਲੀਵਰ ਉਸ ਤਰ੍ਹਾਂ ਨਾ ਕਰੀਏ ਤਾਂ ਮੇਰਾ ਖਿਆਲ ਹੈ ਵੀ ਇਹ ਨਾਮ ਤਾਂ ਜਿਹੜੇ ਆ ਲੋਕ ਦਿੰਦੇ ਹੁੰਦੇ, ਇਹ ਆਪ ਕਹਿ ਕੇ ਨਾਮ ਨਹੀਂ ਲਏ ਜਾਂਦੇ ਕਿ ਮੈਂ ਤੁਹਾਡੇ ਦੁੱਖ ਨਿਵਾਰਨ ਵਾਸਤੇ ਆਇਆ ਜਾਂ ਮਤਲਬ ਮੈਂ ਦੁੱਖ ਮੰਤਰੀ ਹਾਂ। ਪਿਛੋਕੜ ਦੇ ਵਿੱਚ, ਪਿਛਲੇ ਇਤਿਹਾਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਦੀਆਂ ਸ਼ਖਸੀਅਤਾਂ ਜਿਸ ਤਰੀਕੇ ਦੀਆਂ ਰਹੀਆਂ ਨੇ, ਉਹੋ ਜਿਹੇ ਨਾਮ ਮਿਲ ਜਾਂਦੇ ਆ ਪਬਲਿਕ ਦੇ ਵਿੱਚੋਂ, ਨਾਮ ਮਿਲ ਜਾਂਦੇ ਆ। ਜਿਨ੍ਹਾਂ ਨੇ ਦੁੱਖ ਨਿਵਾਰੇ ਆ ਉਹਨਾਂ ਨੂੰ ਉਦਾਂ ਦੇ ਨਾਮ ਮਿਲ ਜਾਂਦੇ ਆ, ਜਿਨ੍ਹਾਂ ਨੇ ਦੁੱਖ ਵਧਾਏ ਆ ਉਹਨਾਂ ਨੂੰ ਉਦਾਂ ਦੇ ਨਾਮ ਮਿਲ ਜਾਂਦੇ ਆ, ਜਿਨ੍ਹਾਂ ਨੇ ਵਿਚਕਾਰਲੀਆਂ ਲਾਈਨਾਂ ਰੱਖੀਆਂ ਨੇ ਇੱਧਰ ਦੀਆਂ ਵੀ ਤੇ ਉੱਧਰ ਦੀਆਂ ਵੀ, ਉਹਨਾਂ ਨੇ ਚਾਹੇ ਬੇਸ਼ੱਕ ਵੱਡੇ ਵੱਡੇ ਤਖਤਾਂ ਤੋਂ ਆਪਣੇ ਨਾਮ ਦੇ ਉੱਤੇ ਮਤਲਬ ਬੜੇ ਵੱਡੇ ਸਰਟੀਫਿਕੇਟ ਵੀ ਜਾਰੀ ਕਰਵਾ ਲਏ ਹੋਣ, ਉਹਨਾਂ ਨੂੰ ਵੀ ਲੋਕਾਂ ਨੇ ਮਤਲਬ ਜਿਹੜਾ ਹੈਗਾ ਫਿਰ ਅਖੀਰ ਲੋਕਾਂ ਨੇ ਨਵਾਜਿਆ। ਲੋਕ ਕਿਸ ਤਰੀਕੇ ਨਾਲ ਨਵਾਜਦੇ ਹੈ, ਗੱਲ ਤਾਂ ਇੱਥੇ ਮੁੱਕਦੀ ਹੈ। ਆਪਣੇ ਆਪ ਤਾਂ ਚਲੋ ਠੀਕ ਹੈ, ਜੇ ਉਹਨਾਂ ਨੂੰ ਦੁੱਖ ਮੰਤਰੀ ਮਹਿਸੂਸ ਹੋ ਰਿਹਾ ਉਹ ਦੁੱਖ ਨਿਵਾਰਨ, ਕੋਈ ਗੱਲ ਨਹੀਂ, ਕਿਉਂਕਿ ਇਹ ਤਾਂ ਗੱਲ ਉਹ ਪਹਿਲਾਂ ਵੀ ਕਹਿ ਕੇ ਗਏ ਹੈ ਕਿ ਦੁੱਖ ਬਹੁਤ ਨੇ ਪੰਜਾਬ ਦੇ ਵਿੱਚ। ਜੇ ਤੁਸੀਂ ਜੀਰਾ ਦੀ ਗੱਲ ਕੀਤੀ ਹੈ ਤੇ ਮੈਂ ਇਹ ਸਮਝਦਾ ਹੈ ਕਿ ਦੁੱਖ ਮੰਤਰੀ ਦੇ ਨਾਲੋਂ ਜੇ ਸਗੋਂ ਜੇ ਹੋਰ ਕਰੈਕਟ ਕਰ ਲੈਣ ਤਾਂ ਮੈਨੂੰ ਇਹ ਲੱਗਦਾ ਹੈ ਕਿ ਭੁਲੇਖਾ ਮੰਤਰੀ ਨਾ ਬਣ ਜਾਣ, ਇਸ ਗੱਲ ਤੋਂ ਬਚੇ ਰਹਿਣ। ਕਿਉਂਕਿ ਮੈਨੂੰ ਏਦਾਂ ਲੱਗ ਰਿਹਾ ਹੈ, ਮਤਲਬ ਲੋਕ ਵੀ ਮਹਿਸੂਸ ਕਰ ਰਹੇ ਹੈ ਕਿ ਪਿਛਲੇ ਸਮੇਂ ਦਾ ਜਿਹੜਾ ਇੱਕ ਛੋਟਾ ਜਿਹਾ ਮਤਲਬ 1 ਸਾਲ ਤੋਂ ਘੱਟ ਦੇ ਸਮੇਂ ਦਾ ਜਿਹੜਾ ਲੇਖਾ ਜੋਖਾ ਹੈ, ਉਹ ਲੇਖਾ ਜੋਖਾ ਇਹ ਦੱਸ ਰਿਹਾ ਹੈ ਵੀ ਕਿਸੇ ਵੀ ਸਟੇਟਮੈਂਟ ਦੇ ਵਿੱਚ, ਕਿਸੇ ਵੀ ਐਕਸ਼ਨ ਦੇ ਵਿੱਚ, ਕਿਸੇ ਵੀ ਲਏ ਗਏ ਫੈਸਲੇ ਦੇ ਵਿੱਚ ਅਸੀਂ ਅਜੇ ਤੱਕ ਮਤਲਬ ਜਿਹੜੀ ਹੈ ਨਾ ਕੋਈ ਸਪਸ਼ਟ ਤੇ ਕੰਕਰੀਟ ਪ੍ਰਪੋਜ਼ਲ ਜਾਂ ਕੰਕਰੀਟ ਰਿਜ਼ਲਟ ਜਿਹੜਾ ਹੈਗਾ, ਜਾਂ ਜਿਸ ਲੈਵਲ ਤੇ ਉਸ ਗੱਲ ਨੂੰ ਪੁਖਤਾ ਰੂਪ ਦੇ ਵਿੱਚ ਰੱਖਣਾ ਹੁੰਦਾ ਹੈ, ਉਹ ਨਹੀਂ ਰੱਖ ਸਕੇ। ਪਿਛਲੇ ਸਮੇਂ ਦੇ ਸਾਰੇ ਫੈਸਲੇ ਜਿਹੜੇ ਹੈਗੇ ਆ ਉਹ ਇਹਨਾਂ ਗੱਲਾਂ ਦੀ ਇੰਡੀਕੇਸ਼ਨ ਦਿੰਦੇ ਆ। ਇਹ ਵੀ ਜਿਹੜਾ ਹੈਗਾ ਜੀਰੇ ਵਾਲਾ ਮਸਲਾ ਵੀ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਦਿਨ ਤੋਂ ਹੀ, ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਉਸ ਦਿਨ ਤੋਂ ਹੀ ਬੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਵੀ ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਲੀਗਲ ਐਂਡ ਤੋਂ ਮਤਲਬ ਕੋਈ ਬਿਨਾਂ ਵਿਚਾਰਿਆਂ ਦਿੱਤਾ ਹੋਇਆ ਫੈਸਲਾ ਮਤਲਬ ਲੋਕਾਂ ਨੇ ਇਹਨੂੰ ਮਤਲਬ ਇਹਨੂੰ ਨਾਮ ਦਿੱਤਾ ਸੀਗਾ। ਤੇ ਉਹੀ ਗੱਲਾਂ ਜਿਹੜੀਆਂ ਹੈਗੀਆਂ ਉਹ ਲੱਗਦਾ ਹੈ ਕਿ ਸਾਹਮਣੇ ਆ ਰਹੀਆਂ ਨੇ। ਜਿਹੜਾ ਫੈਕਟਰੀ ਵਾਲਿਆਂ ਦਾ ਕੋਰਟ ਦੇ ਵਿੱਚ ਜਾਣਾ ਜਿਹੜਾ ਹੈਗਾ, ਦੇਖੋ ਉਹਨਾਂ ਦਾ ਮਤਲਬ ਇਹ ਸੁਭਾਵਿਕ ਹੀ ਸੀਗਾ। ਬਹੁਤੇ ਮਾਹਰ, ਕਾਨੂੰਨ ਦੇ ਮਾਹਰ ਲੋਕਾਂ ਨੇ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ, ਇਹ ਗੱਲ ਕਹਿ ਦਿੱਤੀ ਸੀ ਕਿ ਉਹਨਾਂ ਦੇ ਕੋਲੇ ਰਾਈਟ ਆ, ਉਹ ਜਾਣਗੇ। ਔਰ ਕੀ ਮਤਲਬ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਹੈਗਾ, ਇੱਕ ਸਟੇਟ ਦਾ ਸਰਵੋਤਮ ਅਹੁਦਾ ਹੈ ਜਿਹੜਾ, ਕੀ ਉੱਥੇ ਲਏ ਜਾਣ ਵਾਲੇ ਫੈਸਲੇ ਜਿਹੜੇ ਹੈ ਉਹ ਕੋਰਟਾਂ ਦੇ ਨਾਲ ਕਲੈਸ਼ ਕਰਨਗੇ? ਪਹਿਲੀ ਗੱਲ। ਦੂਸਰੀ ਗੱਲ, ਕੀ ਉਹ ਲਏ ਜਾ ਰਹੇ ਫੈਸਲੇ ਜਿਹੜੇ ਹੈਗੇ ਆ ਉਹਨਾਂ ਦੀ ਕੋਈ ਸੋਲਿਡ ਬੈਕਗਰਾਉਂਡ ਦੇ ਵਿੱਚ ਕੋਈ ਮਤਲਬ ਜਿਹੜੀ ਹੈਗੀ ਹੈ ਕੋਈ ਪੁਖਤਾ ਇਨਫੋਰਮੇਸ਼ਨਸ ਉਹਨਾਂ ਨੂੰ ਅੱਗੇ ਲੈ ਕੇ ਆ ਰਹੀਆਂ, ਜਾਂ ਉਹ ਰਾਜਨੀਤਿਕ ਮਸਲੇ ਨੇ,
ਜਾਂ ਮਤਲਬ ਜਿਹੜਾ ਹੈਗਾ ਜਿਹਨੂੰ ਇੱਕ ਡੰਗ ਟਪਾਊ ਸਿਚੁਏਸ਼ਨ ਆਪਾਂ ਕਹਿ ਦਿੰਦੇ ਆ ਵੀ ਕੀ ਅਸੀਂ ਉਸ ਦੇ ਉੱਤੇ ਮਤਲਬ ਚੱਲ ਰਹੇ ਹਾਂ। ਸੋ ਇਹਨਾਂ ਚੀਜ਼ਾਂ ਦਾ ਨਿਬੇੜਾ ਜਿਹੜਾ ਹੈਗਾ ਉਹ ਸਮੇਂ ਨੇ ਕਰ ਦੇਣਾ ਹੁੰਦਾ। ਸੋ ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਬੜੀ ਬਚਕਾਨੀ ਜੀ ਹਰਕਤ ਹੋਈ ਹੈ। ਔਰ ਜਿਹੜਾ ਇੰਨੇ ਦਿਨਾਂ ਦੇ ਵਿੱਚ ਕੋਈ ਨਾ ਨੋਟੀਫਿਕੇਸ਼ਨ ਕਰ ਸਕਣਾ, ਸ਼ਾਇਦ ਸਰਕਾਰ ਦੀ ਅਸਮਰੱਥਾ ਜ਼ਾਹਰ ਕਰ ਰਿਹਾ ਹੈ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਹੈਗੀਆਂ। ਜਿਹੜਾ ਜੋ ਪ੍ਰਸ਼ਾਸਨ ਇੱਥੇ ਵੀ ਕੋਈ ਕਿਸੇ ਕਿਸਮ ਦਾ ਕੋਈ ਪੁਖਤਾ ਮਤਲਬ ਹੱਲ ਜਿਹੜਾ ਉਹ ਲੈ ਕੇ ਨਹੀਂ ਪਹੁੰਚ ਸਕਿਆ। ਔਰ ਦੂਸਰੀ ਗੱਲ ਸੁਖਵਿੰਦਰ, ਇੱਕ ਹੋਰ ਵੀ ਇਹਦੇ ਚ ਦੋ ਸਵਾਲ ਹੋਰ ਬੜੇ ਵੱਡੇ ਖੜੇ ਹੁੰਦੇ ਆ। ਪਹਿਲੀ ਗੱਲ ਤਾਂ ਇਹ ਹੁੰਦਾ ਕਿ ਅਸੀਂ ਮਤਲਬ ਇਸ ਮਸਲੇ ਦੇ ਵਿੱਚ ਅਸੀਂ ਐਡਰੈਸ ਕਿਸ ਚੀਜ਼ ਨੂੰ ਕਰ ਰਹੇ ਹਾਂ, ਦੋ ਹੱਥ ਕਿਹੜੀ ਗੱਲ ਨਾਲ ਕਰ ਰਹੇ ਹਾਂ। ਕੀ ਅਸੀਂ ਪੋਲਿਊਸ਼ਨ ਦੇ ਮੁੱਦੇ ਨਾਲ ਕਰ ਰਹੇ ਹਾਂ ਜਾਂ ਇੱਕ ਪਾਰਟਿਕੂਲਰ ਲੱਗੇ ਹੋਏ ਧਰਨੇ ਨਾਲ ਕਰ ਰਹੇ ਹਾਂ? ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਕਲੀਅਰ ਕਰਨੀ ਪਊਗੀ ਸਾਨੂੰ, ਕਿਉਂਕਿ ਜੇ ਤਾਂ ਪੰਜਾਬ ਦੇ ਪੋਲਿਊਸ਼ਨ ਦੇ ਮੁੱਦੇ ਨਾਲ ਕਰ ਰਹੇ ਹਾਂ ਤਾਂ ਮੁੱਦੇ ਨੂੰ ਤਾਂ ਹੈਂਡਲ ਕਰਨ ਵਾਸਤੇ, ਉਸ ਮਸਲੇ ਨੂੰ ਹੈਂਡਲ ਕਰਨ ਵਾਸਤੇ, ਉਸ ਦਿੱਕਤ ਨੂੰ, ਉਸ ਪਰੇਸ਼ਾਨੀ ਨੂੰ ਹੈਂਡਲ ਕਰਨ ਵਾਸਤੇ ਤਾਂ ਰਸਤਾ ਹੋਰ ਸੀ। ਉਸ ਰਸਤੇ ਤੁਰਦੇ ਹੋਏ ਨਜ਼ਰ ਆਉਂਦੇ। ਅਸੀਂ ਇਹ ਨਹੀਂ ਕਹਿੰਦੇ ਕਿ ਇੱਕਦਮ ਕੋਈ ਮਤਲਬ ਤਲੀ ਤੇ ਸਰੋਂ ਜਮਾਈ ਜਾਂਦੀ ਹੈ, ਪਰ ਫਿਰ ਵੀ ਉਹ ਰਾਹਾਂ ਨੂੰ ਤੁਰੇ ਹੋਏ ਲੋਕ ਜਿਹੜੇ ਉਹ ਨਜ਼ਰੀ ਆ ਜਾਂਦੇ। ਪਰ ਅਜੇ ਤੱਕ ਕਿਤੇ ਉਸ ਰਸਤੇ ਕੋਈ ਬਕਾਇਦਾ ਕੋਈ ਸਟੇਟ ਲੈਵਲ ਤੇ ਕੋਈ ਪਾਲਿਸੀ ਬਣ ਰਹੀ ਹੋਵੇ, ਠੀਕ ਹੈ, ਉਹਨੂੰ ਚਾਹੇ ਬੇਸ਼ੱਕ ਟਾਈਮ ਹੀ ਲੱਗ ਜਾਵੇ, ਪਰ ਕੋਈ ਸਟੇਟ ਲੈਵਲ ਤੇ ਪਾਲਿਸੀ ਬਣ ਰਹੀ ਹੋਵੇ, ਕੋਈ ਹੋਰ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਪੋਲਿਊਸ਼ਨ ਦੇ ਮਸਲੇ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਚਿੰਤਾ ਕਰਦੇ ਨੇ, ਉਹਨਾਂ ਲੋਕਾਂ ਨੂੰ ਨਾਲ ਲੈ ਕੇ, ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਕੋਈ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਦਿਸਦਾ ਹੋਵੇ ਕਿ ਉਹਨਾਂ ਵਿਸ਼ਿਆਂ ਦੇ ਉੱਪਰ ਗੱਲ ਹੋ ਰਹੀ ਹੈ, ਕਿਸੇ ਅਸੀਂ ਚੰਗੇ ਨਤੀਜੇ ਦੇ ਵੱਲ ਅੱਗੇ ਵਧਣ ਦੀ ਪ੍ਰਕਿਰਿਆ ਵਿੱਢੀ ਹੋਈ ਹੈ। ਕੁਝ ਇਸ ਤਰ੍ਹਾਂ ਦਾ ਤਾਂ ਨਜ਼ਰੀ ਕਿਤੇ ਨਹੀਂ ਆ ਰਿਹਾ, ਇੱਕ ਚੀਜ਼। ਦੂਸਰਾ ਇਹਦੇ ਵਿੱਚੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਸੀਂ 1 to 1 ਇਹਨਾਂ ਚੀਜ਼ਾਂ ਨੂੰ ਹੈਂਡਲ ਕਰਾਂਗੇ ਤਾਂ ਫਿਰ ਤਾਂ ਇਹ ਹਜ਼ਾਰਾਂ ਫੈਕਟਰੀਆਂ ਨੇ, ਹਜ਼ਾਰਾਂ ਯੂਨਿਟਸ ਨੇ ਇਸ ਤਰ੍ਹਾਂ ਦੇ। ਔਰ ਕੀ ਅਸੀਂ ਇੱਕ ਹੁਣ ਇੱਥੇ ਇੱਕ ਸਵਾਲ ਹੈ ਵੀ ਮਤਲਬ 5 ਸਾਲ ਦਾ ਲੋਕ ਸਮਾਂ ਦਿੰਦੇ ਨੇ, ਵਾਅਦਾ ਅਸੀਂ ਇਹ ਕਰਕੇ ਆ ਜਾਂਦੇ ਆ ਕਿ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਣਾ। ਤੇ ਜੇ ਭਾਈ ਫਿਰ ਮਤਲਬ ਇੱਕ ਧਰਨੇ ਨੂੰ ਨਜਿੱਠਦਿਆਂ ਸਾਨੂੰ ਸਾਲ ਲੱਗ ਜੂਗਾ, ਔਰ ਉਹਦਾ ਵੀ ਅਜੇ ਮਤਲਬ ਉਹ ਇਹ ਮੁੱਦਾ ਤਾਂ ਇਹ ਲੋਕਾਂ ਦਾ ਮੁੱਦਾ ਹੈ ਨਾ, ਪੰਜਾਬ ਨੂੰ ਰੰਗਲਾ ਬਣਾਉਣ ਦਾ ਹੀ ਤਾਂ ਮਸਲਾ ਹੈ ਨਾ ਇਹ। ਸੋ ਫਿਰ ਜੇ ਮਤਲਬ ਅਸੀਂ ਵਾਟ ਕਿੱਦਾਂ ਨਿਬੇੜਾਂਗੇ ਇਸ ਤਰੀਕੇ ਨਾਲ, ਇਹ ਵੀ ਸਵਾਲ ਖੜਾ ਹੁੰਦਾ ਹੈ। ਉਹ ਇਹ ਸਾਰੇ ਸ਼ੰਕੇ ਜਿਹੜੇ ਹੈਗੇ ਆ, ਫਿਰ ਆਖਿਰਕਾਰ ਜਿਹੜੀ ਇਹ ਗੱਲ ਇੱਥੇ ਪਹੁੰਚ ਜਾਂਦੀ ਹੈ ਕਿ ਵਾਕਿਆ ਹੀ ਸਿਆਸਤ ਜਿਹੜੀ ਹੈਗੀ ਹੈ ਉਹ ਪਾਸ ਦਿੰਦੀ ਹੈ, ਜਿਹੜਾ ਸਮਾਂ ਪਾਸ ਕਰਦੀ ਹੈ, ਤੇ ਮਤਲਬ ਆਪਣੇ ਕੋਈ ਨਾ ਕੋਈ ਅੱਗੇ ਆਉਣ ਵਾਲੇ ਚੈਲੰਜ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਕੋਈ ਮਤਲਬ ਕੋਈ ਛੋਟੇ ਰਸਤੇ ਜਾਂ ਜਿਹੜੀਆਂ ਚੋਰ ਮੋਰੀਆਂ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਉਹ ਭਾਲਦੇ ਆ। ਕੋਈ ਸਿੰਸੀਅਰਟੀ ਜਾਂ ਕੋਈ ਮਤਲਬ ਕੋਈ ਜਿਹੜੀ ਜਿਹਨੂੰ ਆਪਾਂ ਕਹੀਏ ਵੀ ਮੁੱਦੇ ਦੇ ਪ੍ਰਤੀ ਸੰਵੇਦਨਸ਼ੀਲਤਾ ਜਾਂ ਕੋਈ ਪੁਖਤਾ ਹੱਲ ਵੱਲ ਅੱਗੇ ਵਧਣ ਵਾਲਾ ਕੋਈ ਕਦਮ ਨਜ਼ਰ ਨਹੀਂ ਆਉਂਦਾ। ਇਹ ਚੀਜ਼ ਹੈ ਸੁਖਵਿੰਦਰ ਜੀ। ਬਿਲਕੁਲ, ਇਹ ਬੜਾ ਅਹਿਮ ਸਵਾਲ ਇਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਖੇਤੀਬਾੜੀ ਦੀ ਨਵੀਂ ਨੀਤੀ ਅਸੀਂ ਬਣਾ ਰਹੇ ਹਾਂ। ਜੇ ਵਾਕਈ ਰੰਗਲਾ ਪੰਜਾਬ ਬਣਾਉਣ ਦੇ ਵੱਲ ਤੁਰਨਾ ਹੈ ਤਾਂ ਕੀ ਪ੍ਰਦੂਸ਼ਣ ਨੂੰ ਲੈ ਕੇ ਜਾਂ ਫੈਕਟਰੀਆਂ ਦੇ ਵੱਲੋਂ ਜਿਹੜਾ ਹਵਾ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਜਾਂ ਹੋਰ ਮਸਲਿਆਂ ਨੂੰ ਲੈ ਕੇ ਜਿਹੜੇ ਇਸ ਸਭ ਦੇ ਨਾਲ ਜੁੜਦੇ ਨੇ, ਸਿਹਤ ਨਾਲ ਜੁੜਦੇ ਨੇ, ਕਿਉਂਕਿ ਤੁਸੀਂ ਜਦੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋ, ਲੋਕਾਂ ਨੂੰ ਸਿਹਤ ਸਿੱਖਿਆ ਦੇਣ ਦੀ ਗੱਲ ਕਰਦੇ ਹੋ, ਤਾਂ ਇਹ ਵੀ ਬੜਾ ਅਹਿਮ ਹੋ ਜਾਂਦਾ ਕਿ ਕੀ ਤੁਸੀਂ ਉਹਦੇ ਲਈ ਕੋਈ ਨੀਤੀ ਲੈ ਕੇ ਆ ਰਹੇ ਹੋ ਜਾਂ ਫਿਰ ਉਹ ਨੀਤੀ ਕਿਸ ਢੰਗ ਦੀ ਹੋਵੇ, ਉਹਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਜਿਹੜੇ ਸ਼ਾਮਲ ਹੋਣ, ਜਿਨ੍ਹਾਂ ਤੋਂ ਸਲਾਹ ਮਸ਼ਵਰਾ ਲਿਆ ਜਾਵੇ। ਇਹ ਨਾ ਹੋਵੇ ਕਿ ਕੋਈ ਇਹੋ ਜਿਹਾ ਆਵੇ ਜਿਹੜਾ ਸਰਕਾਰ ਨੂੰ ਕੋਈ ਪੁੱਠੀ ਸਲਾਹ ਦੇਵੇ। ਇਹ ਵੀ ਡਾਕਟਰ ਸਾਹਿਬ ਬੜਾ ਅਹਿਮ ਹੋ ਜਾਂਦਾ ਕਿ ਸਲਾਹਕਾਰਾਂ ਦੀ ਚੋਣ ਜਿਹੜੀ ਹੈ ਉਹ ਦੱਸ ਦਿੰਦੀ ਹੈ ਕਿ ਤੁਸੀਂ ਅੱਗੇ, ਜਿਵੇਂ ਉਹ ਕਹਿੰਦੇ ਨੇ ਕਿ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਕਿ ਪਿੰਡ ਕਿਹੜਾ ਆ, ਏਦਾਂ ਹੀ ਮਤਲਬ ਕਿ ਸਲਾਹਕਾਰ ਜਿਹੜੇ ਨੇ ਉਹ ਵੀ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਸਰਕਾਰ ਨੂੰ ਬਿਲਕੁਲ ਲੋਕਾਂ ਦੀ ਆਵਾਜ਼ ਦੱਸਣ ਕਿ ਕਿਸ ਢੰਗ ਦੀ ਜਿਹੜੀ ਨੀਤੀ ਹੋਣੀ ਚਾਹੀਦੀ ਹੈ। ਇਹਦੇ ਬਾਰੇ ਤੁਹਾਡਾ ਕੀ ਮੰਨਣਾ? ਬਿਲਕੁਲ ਸੁਖਵਿੰਦਰ, ਇਹ ਤਾਂ ਮਤਲਬ ਜਿਹੜੀ ਹੈ ਦੇਖੋ, ਮਤਲਬ ਵੈਸੇ ਤਾਂ ਜਿਹੜੇ ਸਾਡੇ ਪ੍ਰਬੰਧ ਦੇ ਮਤਲਬ ਉੱਚੇ ਸਥਾਨ ਹੁੰਦੇ ਆ ਜਿਨ੍ਹਾਂ ਦੇ ਵਿੱਚ ਮਤਲਬ ਜਿਹੜੀਆਂ ਸਾਡੀ ਵਿਧਾਨ ਸਭਾ ਹੋ ਗਈ ਜਾਂ ਸਾਡਾ ਪ੍ਰਬੰਧਕੀ ਢਾਂਚੇ ਦਾ ਸਿਸਟਮ ਹੋ ਗਿਆ ਜਾਂ ਅਦਾਲਤਾਂ ਹੋ ਗਈਆਂ, ਇਹਨਾਂ ਦੇ ਵਿੱਚ ਤਾਂ ਮਤਲਬ ਜਿਹੜਾ ਹੈਗਾ ਬੜੇ ਲੰਬੇ ਸਮੇਂ ਦੀ ਦੂਰਦਰਸ਼ੀ ਸੋਚ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਕੀ ਚੈਲੰਜਸ ਹੋਣਗੇ ਔਰ ਅਸੀਂ ਉਹਨਾਂ ਨੂੰ ਕਿਵੇਂ ਨਜਿੱਠਣਾ ਹੈ, ਉਹਨਾਂ ਦੇ ਨਾਲ ਕਿਵੇਂ 2-2 4 ਹੋਣਾ ਹੈ,
मतलब होना ਤਾਂ ਸਗੋਂ ਇਹ ਚਾਹੀਦਾ ਹੈ। ਪਰ ਅੱਜ ਪੰਜਾਬ ਦੀ ਸਿਚੁਏਸ਼ਨ ਦੇਖੋ ਕਿੰਨੀ ਮਤਲਬ ਹਾਸੋਹੀਣੀ ਹੈ ਵੀ ਪੰਜਾਬ ਦੀ ਜਿਹੜੀ ਪੰਜਾਬ ਦੀ ਸੱਥ ਹੈ, ਸੱਥ ਦੇ ਵਿੱਚ ਤਾਂ ਇਹ ਬਿਲਕੁਲ ਕਲੀਅਰ ਹੈ। ਸੱਥ 'ਚ ਇਹ ਗੱਲ ਚੱਲਦੀ ਹੈ ਕਿ ਮਤਲਬ ਇੱਕ ਪਾਸੇ ਜਿਹੜਾ ਹੈਗਾ PSPCL ਦਾ ਦਿਵਾਲਾ ਨਿਕਲਿਆ ਹੋਇਆ ਔਰ ਦੂਸਰੇ ਪਾਸੇ ਲੋਕਾਂ ਨੂੰ ਮੁਫਤ ਬਿਜਲੀ ਚਾਹੀਦੀ ਆ। ਲੋਕਾਂ ਦੀ ਮੰਗ ਹੈ, ਮਤਲਬ ਮੰਗ ਭਾਵ ਕਹਿਣ ਦਾ ਕਿ ਬਹੁਤ ਸਾਰੇ ਵਰਗ ਸਮਾਜ ਦੇ ਇਦਾਂ ਦੇ ਹੈਗੇ ਜਿਹੜੇ ਅੱਜ ਦੇ ਰੇਟ ਦੀ ਬਿਜਲੀ ਅਫੋਰਡ ਨਹੀਂ ਕਰ ਸਕਦੇ। ਸੋ ਇਹ ਦੋ ਇਦਾਂ ਹੀ ਹੈ ਨਾ। ਸੇਮ ਇਹੀ ਸਿਚੁਏਸ਼ਨ ਤੁਸੀਂ ਅੱਗੇ ਆ ਜਾਓ, ਖੇਤੀਬਾੜੀ ਦੇ ਖੇਤਰ ਦੇ ਵਿੱਚ ਲੈ ਆਓ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ ਇਹੀ ਹਾਲਾਤ ਨੇ ਕਿ ਮਤਲਬ ਜਿਹੜਾ ਹੈਗਾ ਹੈ ਕਿ ਬੇਸ਼ੱਕ ਸਾਡੀ ਜਿਹੜੀ ਹੈ ਦੋਨਾਂ ਫਸਲਾਂ ਦੀ ਉਪਜ ਜਿਹੜੀ ਹੈ ਉਹ ਬੜੀ ਵੱਡੀ ਮਤਲਬ 30 ਕੁਇੰਟਲ ਪਰ ਏਕੜ ਤੱਕ ਤੇ ਉਹ ਮਤਲਬ ਨਾਲੋਂ ਨਾਲ ਉਹਦੇ ਵਾਸਤੇ ਮੰਡੀਕਰਨ ਪ੍ਰਬੰਧ ਹੈਗਾ, ਕਿਸਾਨ ਵੇਚ ਕੇ ਆਉਂਦਾ ਹੈ, ਪਰ ਉਹਦੀ ਆਰਥਿਕ ਹਾਲਤ ਜਿਹੜੀ ਉਹ ਐਡੀ ਮੰਦੀ ਹੋਈ ਪਈ ਹੈ। ਸੋ ਇਹਨਾਂ ਦੋਹਾਂ ਸਿਚੁਏਸ਼ਨਾਂ ਦੇ ਵਿੱਚ ਸਾਡੇ ਅੱਗੇ ਰਸਤਾ ਕੀ ਹੈ, ਇਹਦੇ ਤੇ ਵੀ ਇਹ ਸੋਚਣ ਦੀ ਲੋੜ ਸੀ। ਕਰਜ਼ਿਆਂ ਦੀ ਵੀ ਵੈਸੇ ਜੇ ਵੇਖਿਆ ਜਾਵੇ ਤਾਂ ਕਿਸਾਨ ਨੂੰ ਕਰਜ਼ਿਆਂ ਦੀ ਕੋਈ ਪ੍ਰੋਬਲਮ ਨਹੀਂ, ਥਾਂ ਥਾਂ ਤੇ ਬੈਂਕ ਹੈਗੇ ਆ ਜਿੰਨੇ ਮਰਜ਼ੀ ਕਰਜ਼ੇ ਦੇਈ ਜਾਂਦੇ ਆ। ਔਰ ਕੀ ਉਹ ਕਰਜ਼ਿਆਂ ਜਾਂ ਪਾਲਿਸੀਆਂ ਨੇ ਕਿਸਾਨ ਨੂੰ ਕਿਸੇ ਸਿਰੇ ਲਾਇਆ? ਉਹ ਤਾਂ ਗੱਲ ਦੇ ਵਿੱਚ ਫਾਹੇ ਪਾਈ ਜਾਂਦਾ ਹੈਗਾ। ਸੋ ਮਤਲਬ ਕਹਿਣ ਦਾ ਸੇਮ ਇਹੀ ਗੱਲ ਪੋਲਿਊਸ਼ਨ ਤੇ ਆ ਜਾਓ, ਤੀਸਰਾ ਮੁੱਦਾ ਇਹਦਾ ਲੈ ਲਓ। ਪੋਲਿਊਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਵੀ ਇੱਕ ਪਾਸੇ ਅਸੀਂ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਅਲਾਟ ਕਰ ਦਿੰਦੇ ਆ ਕਿ ਇੱਥੇ ਵੀ ਕੰਟਰੋਲ ਕਰਾਂਗੇ ਜੀ, ਇੱਥੇ ਵੀ ਕੰਟਰੋਲ ਕਰਾਂਗੇ, ਔਰ ਰਿਜ਼ਲਟ ਜਿਹੜਾ ਹੈਗਾ ਉਹ ਮਤਲਬ ਐਡੀਆਂ ਡੂੰਘੀਆਂ ਹੋ ਚੁੱਕੀਆਂ ਨੇ ਲਾਈਨਸ ਪੰਜਾਬ ਦੇ ਵਿੱਚ। ਤਾਂ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਸੱਥ ਨੂੰ ਕਲੀਅਰ ਹੈ, ਸੱਥ ਹੁਣ ਜਦੋਂ ਹਰੀਕੇ ਟੁੱਟਣ ਤੋਂ ਨਿਕਲਦੀ ਆ ਤਾਂ ਸੱਥ ਦੇਖਦੀ ਆ ਕਿ ਕਾਲੀ ਲਾਈਨ ਜਿਹੜੀ ਹੈ ਉਹ ਐਜ਼ ਇਟ ਇਜ਼ ਵਹਿ ਰਹੀ ਹੈ। ਹੁਣ ਤੁਹਾਡੀਆਂ ਇਹ ਕਈਆਂ ਹੋਈਆਂ ਗੱਲਾਂ ਕਿ ਅਸੀਂ ਲੁਧਿਆਣੇ ਬੁੱਢੇ ਨਾਲੇ ਦੀ ਸਫਾਈ ਵਾਸਤੇ 500 ਕਰੋੜ ਦੇਤਾ ਜੀ, ਅਸੀਂ 50 ਕਰੋੜ ਇਸ ਪ੍ਰੋਜੈਕਟ ਤੇ ਲਾਤਾ, ਅਸੀਂ 70 ਕਰੋੜ ਇਸ ਪ੍ਰੋਜੈਕਟ ਤੇ ਲਾਤਾ। ਇਹ ਗੱਲਾਂ ਠੀਕ ਹੈ, ਲੋਕ ਸੁਣਦੇ ਰਹਿਣਗੇ। ਕੁਝ ਤੁਹਾਡੇ ਹਮਾਇਤੀ ਹੋਣਗੇ, ਨਾਲ ਦੇ ਨੂੰ ਕੂਣੀ ਮਾਰ ਕੇ ਕਹਿ ਦੇਣਗੇ ਵੀ ਭਾਈ ਸਾਡੀ ਸਰਕਾਰ ਦੇਖੋ ਕਿਵੇਂ ਮਤਲਬ ਬੜੇ ਵਧੀਆ ਮਤਲਬ ਖਰਚਾ ਕਰ ਰਹੀ ਹੈ। ਪਰ ਜਿੰਨੀ ਦੇਰ ਤੱਕ ਉਹ ਕਾਲੀ ਲਾਈਨ ਨਹੀਂ ਸ਼ੁੱਧ ਹੁੰਦੀ ਉਨੀ ਦੇਰ ਤੱਕ ਤੁਸੀਂ ਮਤਲਬ ਕਿਵੇਂ ਇਹ ਗੱਲ ਨੂੰ ਸਿੱਧ ਕਿਵੇਂ ਕਰੋਗੇ, ਔਰ ਜਿੰਨੀ ਦੇਰ ਤੱਕ ਤੁਹਾਡੇ ਕੋਲ ਰਿਜ਼ਲਟ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਆਹ ਜਿਹੜਾ ਹੈਗਾ ਸਿਹਤ ਵਿਭਾਗ ਦੇ ਵਿੱਚ ਜੇ ਆਪਾਂ ਗੱਲ ਕਰੀਏ, ਹੁਣ ਜਿੰਨੇ ਸਿਹਤ ਵਿਭਾਗ ਦੇ ਮਾਹਰ ਲੋਕ ਨੇ ਜਿਹੜੇ ਉਸ ਵਿਭਾਗ ਦੇ ਵਿੱਚ ਨੇ ਜਾਂ ਇਸ ਖੇਤਰ ਦੀ ਜਾਣਕਾਰੀ ਰੱਖਣ ਵਾਲੇ ਲੋਕ ਨੇ ਜਿਹੜੇ ਨੇੜਿਓਂ ਦੇਖਦੇ ਨੇ, ਨੇੜਿਓਂ ਤੱਕਦੇ ਨੇ ਇਹਨਾਂ ਚੀਜ਼ਾਂ ਨੂੰ। ਬੇਸ਼ੱਕ ਮੰਤਰੀ ਜੀ ਮਤਲਬ ਇਸ ਨਵੀਂ ਸਰਕਾਰ ਦੇ ਵਿੱਚ ਆ ਕੇ ਇੱਕ ਯੂਨੀਵਰਸਿਟੀ ਦੇ VC ਨੂੰ ਵੀ ਗੱਦਿਆਂ ਤੇ ਪਾਉਣ ਦਾ ਮਤਲਬ ਜਿਹੜਾ ਹੈਗਾ ਉਹ ਇੱਕ, ਮੈਂ ਤਾਂ ਉਹਨੂੰ ਆਮ ਲੋਕਾਂ ਨੇ ਤਾਂ ਉਹਨੂੰ ਡਰਾਮਾ ਹੀ ਕਿਹਾ, ਪਰ ਮੈਂ ਕਹਿੰਦਾ ਵੀ ਆਪਾਂ ਉਸ ਗੱਲ ਦਾ ਨਿਰਣਾ ਨਾ ਵੀ ਕਰੀਏ ਵੀ ਉਹ ਡਰਾਮਾ ਸੀ ਕਿ ਕੀ ਸੀ, ਪਰ ਉਹ ਸਮੇਂ ਨੇ ਨਿਰਧਾਰਿਤ ਕਰ ਦੇਣਾ ਕਿ ਉਹ ਡਰਾਮਾ ਸੀ। ਇਹ ਡਰਾਮੇ ਹੀ ਲੱਗਣਗੇ ਨਾ। ਹੁਣ ਇੱਕ ਪਾਸੇ ਤੁਸੀਂ ਮਤਲਬ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਦਾ ਜਿਹੜਾ ਕਨਸੈਪਟ ਲੈ ਕੇ ਆ ਰਹੇ ਹੋ, ਜਿਹਨੂੰ ਇੱਕ ਸਿਆਸੀ ਜਿੱਦ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਪੂਰੇ ਪੰਜਾਬ ਦੇ। ਪੂਰਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਮਤਲਬ ਜਿਹੜਾ ਚੱਲ ਰਿਹਾ ਇਨਫਰਾਸਟ੍ਰਕਚਰ ਹੈ, ਜਿਹੜਾ ਆਲਰੇਡੀ ਚੱਲ ਰਹੀਆਂ ਕਲੀਨਿਕਸ ਨੇ, ਡਿਸਪੈਂਸਰੀਜ਼ ਨੇ, ਜਾਂ ਮਤਲਬ ਉਹਨਾਂ ਦੀ ਗ੍ਰੇਡਿੰਗ ਕੀਤੀ ਹੋਈ ਹੈ ਕਿ ਹੇਠਲੇ ਪੱਧਰ ਦੇ ਉੱਤੇ 10,000 ਤੱਕ ਦੀ ਆਬਾਦੀ ਦੇ ਵਿੱਚ ਇਹ ਸੇਵਾਵਾਂ ਨੇ, ਉਸ ਤੋਂ ਉੱਪਰਲੀ ਆਬਾਦੀ ਦੇ ਵਿੱਚ ਇਹ ਸੇਵਾਵਾਂ ਨੇ, ਉਸ ਤੋਂ ਉੱਪਰ ਜਾ ਕੇ ਕਿਊਰੇਟਿਵ ਹੈ। ਚਲੋ ਉਹ ਟੈਕਨੀਕਲ ਉਸ ਲਾਈਨ ਦੀਆਂ ਗੱਲਾਂ ਹੈ, ਉਹ ਤੇ ਮਾਹਰ ਦੱਸ ਸਕਦੇ ਹੈ, ਪਰ ਉਹ ਇੱਕ ਬਣਿਆ ਹੋਇਆ ਢਾਂਚਾ ਹੈ। ਸੋ ਜੇਕਰ ਉਹ ਢਾਂਚਾ ਅੱਜ ਤੱਕ ਡਿਲੀਵਰ ਨਹੀਂ ਕਰ ਰਿਹਾ ਸੀ ਤੇ ਉਹਦੀ ਥਾਂ ਤੇ ਤੁਸੀਂ ਜਾਂ ਤਾਂ ਉਹਨੂੰ ਰਿਪਲੇਸ ਕਰਕੇ ਲੈ ਕੇ ਆਓ ਤਾਂ ਫਿਰ ਵੀ ਦੇਖਿਆ ਜਾ ਸਕਦਾ। ਤੁਸੀਂ ਉਹਦੇ ਨਾਲ ਜਿਹੜਾ ਹੈਗਾ ਉਹ ਢਾਂਚੇ ਦੀ ਤਾਂ ਹਵਾ ਉਸ ਤੋਂ ਵੀ ਵੱਧ ਨਿਕਲ ਰਹੀ ਹੈ। ਦਵਾਈਆਂ ਨਹੀਂ ਕਿਤੇ ਪਹੁੰਚ ਰਹੀਆਂ, ਡਾਕਟਰ ਨਹੀਂ ਹੈਗੇ, ਕੋਈ ਪੈਰਾਮੈਡੀਕਲ ਸਟਾਫ ਨਹੀਂ ਹੈਗਾ, ਠੀਕ ਹੈ, ਕੋਈ ਮਤਲਬ ਜਿਹੜੀ ਹੈ ਕੋਈ ਬਿਲਡਿੰਗਸ ਦੀ ਰੈਨੋਵੇਸ਼ਨ ਨਹੀਂ ਹੋ ਰਹੀ। ਸੋ ਉਹਦੇ ਵਿੱਚ ਤਾਂ ਉਹਦੀ ਤਾਂ ਫੂਕ ਨਿਕਲੀ ਹੋਈ ਹੈ। ਔਰ ਤੁਸੀਂ ਕਿਤੇ ਨਾ ਕਿਤੇ ਕਰਕੇ 2 ਕਮਰਿਆਂ ਦਾ ਜੁਗਾੜ ਉਹਦੇ ਤੇ ਲਾ ਕੇ ਇੱਕ ਫੋਟੋ ਤੇ ਉਹਨੂੰ ਆਮ ਆਦਮੀ ਕਲੀਨਿਕ ਲਿਖਿਆ। ਇਹਦਾ ਇਹ ਵੀ ਦੇਖਣ ਨੂੰ ਮਿਲਿਆ ਪਿਛਲੇ ਦਿਨਾਂ ਦੇ ਵਿੱਚ ਵੀ ਕਹਿੰਦੇ ਅਕਾਲੀ ਤੇ ਕਾਂਗਰਸੀ ਤਾਂ ਅਜੇ ਇਕੱਲੀ ਫੋਟੋ ਹੀ ਲਾਉਂਦੇ ਸੀ ਤੇ ਇਹਨਾਂ ਨੇ ਤਾਂ ਮਤਲਬ ਬੜੇ ਸਿਆਣੇ ਢੰਗ ਨਾਲ, ਬੜੇ ਚੁਸਤ ਤਰੀਕੇ ਨਾਲ ਆਪਣੀ ਪਾਰਟੀ ਦਾ ਨਾਮ ਤੇ ਫੋਟੋ ਦੋਨੇ ਲਿਖ ਦਿੱਤੀ। ਆਮ ਆਦਮੀ ਜਿਹੜਾ ਹੈਗਾ ਉਹ ਪਾਰਟੀ ਨੂੰ ਵੀ ਮਤਲਬ ਰਿਪਰੈਜ਼ੈਂਟ ਕਰਨ ਲੱਗ ਗਿਆ ਔਰ ਨਾਲ ਮੁੱਖ ਮੰਤਰੀ ਸਾਹਿਬ ਦੀ ਫੋਟੋ ਵੀ ਆ ਗਈ। ਜਦ ਕਿ ਅਸੀਂ ਅਜੇ ਉਹ ਦਿਨ ਦੂਰ ਨਹੀਂ ਗਏ ਜਦੋਂ ਅਸੀਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਬਾਦਲ ਸਾਹਿਬ ਨੇ ਤਾਂ ਜੀ ਥਾਂ ਥਾਂ ਤੇ ਫੋਟੋਆਂ ਲਾਤੀਆਂ। ਮੈਂ ਇਹ ਨਹੀਂ ਕਹਿੰਦਾ ਕਿ ਬਾਦਲ ਸਾਹਿਬ ਦੀਆਂ ਫੋਟੋਆਂ ਲਾਈਆਂ ਠੀਕ ਸੀ, ਬਿਲਕੁਲ ਮਤਲਬ ਨਹੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਲੋਕਤੰਤਰ ਦੇ ਵਿੱਚ, ਤੇ ਪਰ ਮਤਲਬ ਅਸੀਂ ਕੀ ਕਰ ਰਹੇ ਹਾਂ, ਗੱਲ ਤਾਂ ਸਵਾਲ ਤਾਂ ਇਹ ਹੈ। ਸੋ ਦੂਸਰੀ ਗੱਲ ਜਿਹੜੀ ਹੈ, ਚਲੋ ਫੋਟੋਆਂ ਵੀ ਲੋਕ ਬਰਦਾਸ਼ਤ ਕਰ ਜਾਣਗੇ ਜੇ ਤੁਸੀਂ ਸੱਚਮੁੱਚ ਲੋਕਾਂ ਦੇ ਹੀਰੋ ਬਣੋਗੇ ਤੇ ਕੋਈ ਐਡੀ ਗੱਲ ਨਹੀਂ। ਫੋਟੋਆਂ ਫਾਟੋਆਂ ਜਿਹੜੀਆਂ ਹੈਗੀਆਂ ਇਹ ਮੈਂ ਵੀ ਸਮਝਦਾ ਕਿ ਇਹ
ਹੇਠਲੇ ਪੱਧਰ ਦੀਆਂ ਗੱਲਾਂ ਠੀਕ ਹੈ। ਉਦੋਂ ਅਸੀਂ ਵੀ ਸਿਆਸਤ ਕਰਨੀ ਸੀ, ਅਸੀਂ ਇਹ ਗੱਲਾਂ ਲੋਕਾਂ ਦੇ ਵਿੱਚ ਜਾ ਕੇ ਲੈ ਕੇ ਲਿਜਾ ਕੇ ਰੱਖੀਆਂ। ਤੇ ਲੋਕ ਜਦੋਂ ਜਿਹੜੇ ਲੋਕ ਕੁਝ ਡਿਲੀਵਰ ਨਹੀਂ ਕਰ ਰਹੇ ਹੁੰਦੇ, ਜਿਹੜੇ ਲੋਕ ਕੁਝ ਨਤੀਜੇ ਨਹੀਂ ਕੱਢ ਰਹੇ ਹੁੰਦੇ ਕਿਸੇ ਗੱਲ ਦਾ, ਉਹਨਾਂ ਦੀ ਫਿਰ ਹਰੇਕ ਗਤੀਵਿਧੀ ਦੇ ਜਿਹੜੀ ਆਮ ਜਨਤਾ, ਆਮ ਸੰਗਤ ਜਿਹੜੀ ਉਹਦੇ ਉਲਟ ਹੋ ਜਾਂਦੀ ਹੈ। ਤੇ ਕੀ ਇਹ ਗੱਲ ਸਾਨੂੰ ਨਾ ਮਤਲਬ ਕੱਲ ਨੂੰ ਫੇਸ ਕਰਨੀ ਪਊਗੀ? ਕੀ ਜਦੋਂ ਇਹ ਜਿਹੜੀਆਂ ਮੁਹੱਲਾ ਕਲੀਨਿਕਸ ਦਾ ਕਨਸੈਪਟ ਜਿਹੜਾ ਹੈਗਾ, ਜਿਹੜਾ ਇੱਕ ਦਿੱਲੀ ਵਰਗੀ ਸਟੇਟ ਦੇ ਵਿੱਚ ਮੈਂ ਕਹਿੰਦਾ ਵੀ ਹੋ ਸਕਦਾ ਉੱਥੇ ਸਕਸੈਸ ਵੀ ਹੋਵੇ ਕਿਸੇ ਹੱਦ ਤੱਕ। ਵੈਸੇ ਤਾਂ ਉੱਥੋਂ ਦੀਆਂ ਵੀ ਜਿਹੜੀਆਂ ਖਬਰਾਂ ਆਉਂਦੀਆਂ ਨੇ, ਪਰ ਉਹਨਾਂ ਨੂੰ ਸਿਆਸੀ ਮੰਨ ਲਈਏ ਆਪਾਂ ਕਿ ਕੁਝ ਸਿਆਸੀ ਲੋਕ ਵਿਰੋਧਤਾ ਕਰਦੇ ਹੋ ਸਕਦੇ ਉਹਨਾਂ ਗੱਲਾਂ ਦੀ, ਹੋ ਸਕਦਾ ਉੱਥੇ ਰਿਜ਼ਲਟ ਵੀ ਦੇ ਰਿਹਾ ਹੋਵੇ। ਕੀ ਉਹ ਇੱਥੇ ਰਿਜ਼ਲਟ ਦੇਵੇਗਾ? ਕੀ ਪੰਜਾਬ ਵਰਗੀ ਸਟੇਟ ਦੇ ਵਿੱਚ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਜੋ ਦਿੱਲੀ ਦੇ ਵਿੱਚ ਜਿਹੜਾ ਮਾਡਲ ਸੀਗਾ, ਅਸੀਂ ਇੱਕ ਸਿਆਸੀ ਜਿੱਦਬਾਜ਼ੀ ਕਰਕੇ ਉਹੀ ਲਾਗੂ ਕਰਨਾ? ਸੋ ਮਤਲਬ ਇਹਦੀ ਤੁਸੀਂ ਮਤਲਬ ਪਹਿਲੇ ਦਿਨਾਂ ਦੇ ਵਿੱਚ ਹੀ ਆਪਾਂ ਦੇਖ ਰਹੇ ਹਾਂ, ਔਰ ਕੋਈ ਮੈਨੂੰ ਨਹੀਂ ਲੱਗਦਾ ਕਿ ਸਿਹਤ ਦੇ ਖੇਤਰ ਦੇ ਵਿੱਚ ਵੀ ਅਸੀਂ ਕੋਈ ਪਲਾਂਗ ਫੂਟਾਂਗੇ। ਇਸੇ ਤਰ੍ਹਾਂ ਪੋਲਿਊਸ਼ਨ ਦੇ ਮੁੱਦੇ ਦੇ ਉੱਤੇ ਆ ਰਹੇ ਹਾਂ ਜੀ, ਪੋਲਿਊਸ਼ਨ ਦੇ ਵਿੱਚ ਵੀ ਇਹੀ ਗੱਲ ਆ ਰਹੀ ਹੈ। ਸੋ ਚਿੰਤਾਦਾਇਕ ਤੇ ਦੁਖਦਾਈ ਗੱਲ ਜਿਹੜੀ ਸੁਖਵਿੰਦਰ ਉਹ ਇਹ ਹੈ ਕਿ ਪੰਜਾਬ ਨੇ ਕਈ ਪੱਖਾਂ ਤੋਂ ਪਿੱਛੇ ਪਏ ਹੋਏ ਪੰਜਾਬ ਨੇ ਅੱਗੇ ਵਧਣਾ ਸੀ, ਔਰ ਅੱਗੇ ਵਧਣ ਦਾ ਇਹ ਲੱਗ ਰਿਹਾ ਸੀ ਕਿ 22 ਤੋਂ ਬਾਅਦ ਦਾ ਦੌਰ ਹੈ ਜਿਹੜਾ, ਇਹ ਅੱਗੇ ਵਧਣ ਦਾ ਦੌਰ ਆ ਗਿਆ। ਪਰ ਬਦਕਿਸਮਤੀ ਹੈ, ਨਿਰਾਸ਼ਾ ਹੈ ਇਸ ਗੱਲ ਦੀ ਕਿ ਮਤਲਬ ਅੱਗੇ ਵਧਣ ਦੀ ਬਜਾਏ ਸਗੋਂ ਐਂ ਲੱਗਣ ਲੱਗਦਾ ਹੈ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਕਿ ਜਿਵੇਂ ਕੋਈ ਛੜਯੰਤਰੀ ਤਰੀਕੇ ਦੇ ਨਾਲ ਹੋਰ ਡੂੰਘੇ ਟੋਇਆਂ 'ਚ ਸੁੱਟਣ ਦੀਆਂ ਵਿਉਂਤਾਂ ਤਾਂ ਨਹੀਂ ਹੋ ਰਹੀਆਂ। ਸੋ ਇਹ ਸ਼ੰਕੇ ਪੈਦਾ ਹੋ ਰਹੇ ਆ, ਸਮਾਂ ਦੱਸ ਦੂਗਾ ਕੀ ਬਣਦਾ ਜੀ। ਅਸੀਂ ਜਦੋਂ ਨਿੱਕੇ ਹੁੰਦੇ ਸੀ ਨਾ, ਉਦੋਂ ਤੋਂ ਸੁਣਦੇ ਆ ਰਹੇ ਆ, ਕਿਸੇ ਪਾਰਟੀ ਨੇ ਕਹਿਤਾ ਕਿ ਅਸੀਂ ਪੰਜਾਬ ਨੂੰ ਪੈਰਿਸ ਬਣਾ ਦਾਂਗੇ, ਤੇ ਸਾਡੇ ਭੋਲੇ ਲੋਕ ਉਹਨਾਂ ਨੂੰ ਸੱਤਾ 'ਚ ਬਾਤਾ, ਸਿਰ ਤੇ ਬਾਲਿਆ। ਸਿੱਧਾ ਕਹੋ, ਉਹਨਾਂ ਨੇ ਆਪਣੇ ਘਰ ਤਾਂ ਪੈਰਿਸ ਬਣਾ ਲਏ, ਪਰ ਪੰਜਾਬ ਪੈਰਿਸ ਨਹੀਂ ਬਣਿਆ। ਫਿਰ ਕਹਿੰਦੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ, ਤੇ ਉਹਨਾਂ ਦੇ ਆਪਣੇ ਕੈਲੀਫੋਰਨੀਆ ਬਣ ਗਏ, ਪਰ ਪੰਜਾਬ ਨਹੀਂ ਬਣਿਆ। ਉਹ ਫਿਰ ਲੋਕਾਂ ਨੇ, ਭੋਲੇ ਲੋਕਾਂ ਨੇ ਸਿਰ ਤੇ ਲਿਆ ਕੇ ਬਿਠਾ ਲਏ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਪੰਜਾਬ ਨੂੰ ਨਾ ਪੈਰਿਸ ਬਣਾਉਣਾ, ਨਾ ਕੈਲੀਫੋਰਨੀਆ ਬਣਾਉਣਾ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ। ਪੰਜਾਬ ਨੂੰ ਬਚਾਉਣ ਦੇ ਆੜੇ ਵਾਰ-ਵਾਰ ਕੱਢੇ ਜਾਂਦੇ ਨੇ। ਮੈਂ ਡਾਕਟਰ ਸਾਹਿਬ ਉਸੇ ਸਵਾਲ ਤੇ ਜਿਹੜਾ ਆਪਾਂ ਜ਼ੀਰਾ ਫੈਕਟਰੀ ਨੂੰ ਲੈ ਕੇ ਉਹਦੇ ਇਰਦ ਗਿਰਦ ਜਿਹੜੀਆਂ ਗੱਲਾਂ ਕਰ ਰਹੇ ਹਾਂ ਕਿ ਲੀਗਲ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ, ਮੈਂ ਤਾਂ ਸਾਰਾ ਪੂਰਾ ਐਨ ਕਨਫਰਮ ਕੀਤਾ ਕਿ ਫੈਕਟਰੀ ਅਸੀਂ ਬੰਦ ਕਰ ਸਕਦੇ ਹਾਂ, ਪੂਰੀ ਸਲਾਹ ਲੈ ਕੇ ਅਸੀਂ ਬੰਦ ਕਰਨ ਦਾ ਐਲਾਨ ਕੀਤਾ ਆ। ਤੁਹਾਡੇ ਜਿਹੜੇ ਜ਼ੀਰਾ ਫੈਕਟਰੀ ਵੱਲੋਂ ਜਿਹੜੇ ਜ਼ੀਰਾ ਫੈਕਟਰੀ ਬੰਦ ਕਰਵਾਉਣ ਜਿਹੜਾ ਤੁਹਾਡਾ ਸਾਂਝਾ ਮੋਰਚਾ ਆ, ਉਹਦੇ ਵੱਲੋਂ ਜਿਹੜੇ ਲੀਗਲ ਮਤਲਬ ਤੁਸੀਂ ਕਦਮ ਚੁੱਕ ਰਹੇ ਹੋ, ਜਾਂ ਕਹਿ ਲਓ ਕਿ ਜਿਹੜੇ ਤੁਹਾਡੇ ਵਕੀਲ ਨੇ, ਉਹਨਾਂ ਤੋਂ ਜੇ ਤੁਸੀਂ ਕੋਈ ਜਾਣਕਾਰੀ ਇਕੱਤਰ ਕੀਤੀ ਹੋਵੇ ਤਾਂ ਥੋੜਾ ਜਿਹਾ ਇਹ ਦੱਸਿਓ ਕਿ ਹੁਣ ਲੀਗਲ ਪੱਖ ਕੀ ਹੈ। ਜੇ ਹੁਣ ਫੈਕਟਰੀ ਵਾਲੇ ਵੀ ਉੱਥੇ ਚਲੇ ਗਏ ਹਾਈ ਕੋਰਟ 'ਚ ਫਿਰ ਦੁਬਾਰਾ, ਤੇ ਉਧਰੋਂ ਮਾਣਯੋਗ ਹਾਈ ਕੋਰਟ ਵੱਲੋਂ ਬਣਾਈਆਂ ਕਮੇਟੀਆਂ ਜਿਹੜੀਆਂ ਨੇ ਉਹ ਤੁਹਾਡੇ ਇੱਧਰ ਜਾਂਚ ਪੜਤਾਲ ਲਈ ਲਗਾਤਾਰ ਦੌਰੇ ਕਰ ਰਹੀਆਂ, ਜਾਂ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਉਦੋਂ ਵੀ ਉਹ ਆਏ ਸੀ, ਜਾਂ ਉਹ ਸਾਰਾ ਕੁਝ ਹੁਣ ਕਿੱਥੇ ਕੁ ਚੱਲ ਰਿਹਾ? ਜਾਂ ਤੁਸੀਂ ਹੁਣ ਜੇ ਲੀਗਲ ਤੌਰ ਦੇ ਉੱਤੇ ਉਹ ਉੱਥੇ ਚਲੇ ਗਏ ਤਾਂ ਤੁਸੀਂ ਲੀਗਲੀ ਕੀ ਕਰੋਗੇ? ਜਾਂ ਫਿਰ ਤੁਸੀਂ ਸਰਕਾਰ ਨੂੰ ਕਹੋਗੇ ਕਿ ਭਾਈ ਉੱਥੇ ਆਪਣਾ ਪੱਖ ਰੱਖੋ ਹੁਣ ਜਾ ਕੇ? ਬਿਲਕੁਲ ਸੁਖਵਿੰਦਰ, ਇਹ ਉਹੀ ਹੈ ਨਾ, ਇਹ ਗੱਲਾਂ ਤਾਂ ਸੋਚਣ ਵਾਲੀਆਂ ਨੇ। ਦੇਖੋ, ਅਦਾਲਤਾਂ ਤਾਂ ਫਿਰ ਹੈਗੀਆਂ ਹੀ ਨੇ, ਅਦਾਲਤਾਂ ਤਾਂ ਪਹਿਲਾਂ ਵੀ ਹੈਗੀਆਂ ਨੇ। ਜੇ ਅਸੀਂ ਅਦਾਲਤਾਂ ਦੇ ਵਿੱਚ ਹੀ ਲੜਾਈ ਲੜਨੀ ਹੈ ਤਾਂ ਮੈਂ ਤੁਹਾਡੇ ਸਵਾਲ ਨੂੰ ਮਤਲਬ ਸਟੈਪ ਵਾਈਜ਼ ਪੂਰਾ ਕਰਦੇ ਹਾਂ ਕਿ ਜਿੱਥੋਂ ਤੱਕ ਤਾਂ ਤੁਹਾਡਾ ਸਵਾਲ ਹੈਗਾ ਕਿ ਮਤਲਬ ਮੋਰਚੇ ਦੇ ਵੱਲੋਂ ਲੀਗਲ ਤੌਰ ਤੇ, ਉਹ ਤਾਂ ਇਹ ਹੁੰਦੀ ਹੈ ਸੁਖਵਿੰਦਰ ਕਿ ਮੋਰਚੇ ਅਸਲ ਦੇ ਵਿੱਚ ਜਿਹੜੇ ਹੈਗੇ ਆ, ਇਹ ਮਤਲਬ ਜਦੋਂ ਲੀਗਲ ਆਪਸ਼ਨਾਂ ਜਾਂ ਇਹ ਜਿਹੜੀਆਂ ਆਪਸ਼ਨਸ ਹੈਗੀਆਂ, ਜਦੋਂ ਇਹ ਪਾਰ ਹੋ ਜਾਂਦੀਆਂ ਨੇ, ਹੱਦ ਲੰਘ ਜਾਂਦੀ ਹੈ ਇਹਨਾਂ ਚੀਜ਼ਾਂ ਦੀ, ਜਦੋਂ ਆਪਾਂ ਜਾਂ ਇਹ ਕਹਿ ਲਈਏ ਕਿ ਜਦੋਂ ਵੱਡੇ ਰੂਪ ਦੇ ਵਿੱਚ ਅਣਗੌਲਿਆ ਹੋ ਜਾਂਦਾ ਹੈ ਕੋਈ ਮਸਲਾ ਜਾਂ ਮੁੱਦਾ, ਤਾਂ ਮੋਰਚਿਆਂ ਦਾ ਰੂਪ ਤਾਂ ਲੈਂਦਾ ਹੀ ਉਦੋਂ ਹੈ। ਸਾਨੂੰ ਸਭ ਤੋਂ ਪਹਿਲਾਂ ਤਾਂ ਇਹਨਾਂ ਗੱਲਾਂ ਦੇ ਵੱਲ ਮਤਲਬ ਜਿਹੜੀ ਹੈਗੀ ਹੈ ਉਹ ਆਪਦੀ ਜਿਹੜੀ ਆਹ ਮਨੋਬਿਰਤੀ, ਜਿਹੜਾ ਸਾਨੂੰ ਮਤਲਬ ਦਿਮਾਗ ਪਰਮਾਤਮਾ ਨੇ ਬਖਸ਼ਿਆ ਹੈ, ਸਾਨੂੰ ਇਹਦੇ ਵਿੱਚ ਇਹ ਗੱਲਾਂ ਵਿਚਾਰਨੀਆਂ ਨਹੀਂ ਚਾਹੀਦੀਆਂ। ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਕੀ ਮਤਲਬ ਜੇਕਰ ਰੂਟੀਨ ਜਿਹੜਾ ਹੈਗਾ, ਹੁਣ ਤੁਸੀਂ ਅਕਸਰ ਦੇਖੋ ਜਦੋਂ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ, ਜਾਂ ਕਿਤੇ ਮੋਰਚਾ ਲੱਗਦਾ ਹੈ ਜਾਂ ਧਰਨਾ ਲੱਗਦਾ ਹੈ, ਜਾਂ ਲੋਕ ਪ੍ਰਵੋਕ ਹੋ ਕੇ ਮਤਲਬ ਕੋਈ ਘਰਾਂ ਤੋਂ ਬਾਹਰ ਆਉਂਦੇ ਨੇ, ਤਾਂ ਐਡਮਿਨਿਸਟ੍ਰੇਸ਼ਨ ਦੇ ਲੋਕ ਜਾਂ ਮਤਲਬ ਕੋਈ ਰਾਜਕਰਤਾ ਪਾਰਟੀ ਕਹਿ ਲਓ, ਜਾਂ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉਹ ਅਕਸਰ ਹੀ ਇਹ ਡਾਇਲੌਗਸ ਲੈ ਕੇ ਆਉਂਦੇ ਆ ਕਿ ਯਾਰ ਮਤਲਬ ਸਾਰਾ ਕੁਝ ਅਵੇਲੇਬਲ ਹੈ, ਤੁਸੀਂ ਕੰਪਲੇਂਟ ਕਰੋ, ਉੱਥੇ ਹੱਲ ਹੋ ਜਾਏਗਾ, ਉੱਥੇ ਹੱਲ ਹੋ ਜਾਏਗਾ।
ਸੋ ਭਾਈ ਉਹ ਨਾਲ ਫਿਰ ਇਹ ਵੀ ਸੋਚੋ ਕਿ ਜੇਕਰ ਉੱਥੇ ਹੱਲ ਹੋ ਜਾਏਗਾ ਤੇ ਉਹ ਸਭ ਕੁਝ ਤਾਂ ਪਹਿਲਾਂ ਹੀ ਅਵੇਲੇਬਲ ਹੈ। ਫਿਰ ਇਹਦਾ ਹੱਲ ਕਰਕੇ ਕੀ ਉੱਥੇ ਕਿਸੇ ਦੇ ਕਹਿਣ ਤੇ ਹੱਲ ਹੁੰਦਾ? ਕੀ ਸਾਡਾ ਪ੍ਰੋਸੈਸ ਜਿਹੜਾ ਹੈਗਾ, ਕੀ ਮਤਲਬ ਜਿਹੜੇ ਵਿਭਾਗ ਨੇ ਜਾਂ ਸਰਕਾਰ ਹੈ ਜਾਂ ਪੂਰਾ ਪ੍ਰਬੰਧਕੀ ਢਾਂਚਾ ਹੈ, ਕੀ ਉਹਨਾਂ ਦੀ ਆਪਣੀ ਕੋਈ ਡਿਊਟੀ ਨਹੀਂ ਹੈ? ਕੀ ਕੋਈ ਉਹਨਾਂ ਕੋਲੇ ਸੰਵਿਧਾਨਕ ਇਸ ਤਰ੍ਹਾਂ ਨੂੰ ਪ੍ਰਾਵਧਾਨ ਇਹਨਾਂ ਦਾ ਮਿਲਿਆ ਹੋਇਆ ਉਹਨਾਂ ਨੂੰ ਕਿ ਜਦੋਂ ਲੋਕ ਕਹਿਣਗੇ ਉਦੋਂ ਹੀ ਹੱਲ ਕਰਨਾ ਉਹਨਾਂ ਨੇ? ਉਹਨਾਂ ਦੀ ਆਪਣੀ ਕੋਈ ਡਿਊਟੀ ਨਹੀਂ ਹੈ। ਸੋ ਮਤਲਬ ਕਿਉਂ ਨਹੀਂ ਅਸੀਂ ਇਹਨਾਂ ਗੱਲਾਂ ਨੂੰ ਸੋਚਦੇ? ਔਰ ਕਿਉਂ ਨਹੀਂ ਜਦੋਂ ਅਸੀਂ ਜਾ ਕੇ ਇਸ ਤਰ੍ਹਾਂ ਦੀਆਂ ਮਤਲਬ ਉੱਥੇ ਜਾ ਕੇ ਲੋਕਾਂ ਨਾਲ ਡਾਇਲੋਗ ਕਰਦੇ ਹਾਂ, ਇੱਕ ਆਮ ਲੋਕਾਂ ਦੇ ਅਸੀਂ ਨਾਲੇ ਤਾਂ ਉਹਨਾਂ ਦੇ ਮਤਲਬ ਉਹਨਾਂ ਦੇ ਜਿਹੜੇ ਹੈਗੇ ਅਸੀਂ ਇੱਕ ਤਰ੍ਹਾਂ ਦੇ ਨਾਲ ਨੌਕਰ, ਔਰ ਨੌਕਰ ਦੀ ਹਸਤੀ ਦੇ ਵਿੱਚ ਨਾ ਜਾ ਕੇ ਅਸੀਂ ਮਾਲਕਾਨਾ ਹੱਕ ਮਤਲਬ ਉੱਥੇ ਜਾ ਕੇ ਦਿਖਾਉਨੇ ਆ ਔਰ ਆਪਣੀਆਂ ਕੀਤੀਆਂ ਹੋਈਆਂ ਕੋਤਾਹੀਆਂ ਦੇ ਉੱਤੇ ਪਰਦੇ ਪਾਉਨੇ ਆ ਔਰ ਲੋਕਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਰਸਤਾ ਸਹੀ ਇਖਤਿਆਰ ਕਰੋ। ਲੋਕਾਂ ਨੂੰ ਅਸੀਂ ਕਾਨੂੰਨ ਸਿਖਾਉਨੇ ਆ। ਸੋ ਇਹ ਕਿਤੇ ਨਾ ਕਿਤੇ ਤਾਂ ਕੋਤਾਹੀਆਂ ਹੋ ਹੀ ਰਹੀਆਂ ਨੇ ਨਾ। ਸੋ ਇਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਵੀ ਜੇ ਆਪਾਂ ਅੱਗੇ ਚੱਲੀਏ ਤਾਂ ਦੇਖੋ, ਜਦੋਂ ਤੱਕ ਜੇ ਤਾਂ ਗੱਲ ਅਦਾਲਤ ਦੇ ਵਿੱਚ ਨਿਬੜੂਗੀ ਤਾਂ ਅਦਾਲਤ ਦੇ ਵਿੱਚ ਤਾਂ ਮਤਲਬ ਜਿਹੜਾ ਹੈਗਾ ਜੋ ਕਾਨੂੰਨੀ ਪ੍ਰਕਿਰਿਆ, ਜੋ ਮਤਲਬ ਫੈਕਟਰੀ ਦੇ ਓਨਰ ਦੇ ਕੋਲੇ ਜਿਹੜੇ ਕਾਗਜ਼ਾਂ ਦੇ ਮੁਤਾਬਕ ਜਿਹੜੇ ਰਾਈਟਸ ਹੈਗੇ ਨੇ ਉਹ ਵੀ ਫਾਈਟ ਕਰਨਗੇ ਅਗਲੇ, ਠੀਕ ਹੈ ਜੀ। ਔਰ ਮੋਰਚਾ ਜਿਹੜਾ ਹੈਗਾ ਜਾਂ ਮੋਰਚੇ ਦੇ ਵੱਲੋਂ ਤਰਫ ਤੋਂ ਜਿਹੜਾ ਅਦਾਲਤ ਦੇ ਵਿੱਚ ਜਿਵੇਂ ਮਤਲਬ ਜਿਹੜੇ ਕੋਈ ਪੱਖ ਰੱਖਣ ਵਾਲੇ ਆ ਉਹ ਵੀ ਰੱਖੇ ਜਾਣਗੇ। ਉਹ ਤਾਂ ਇੱਕ ਅਲੱਗ ਸੀਨ ਹੋ ਗਿਆ। ਗੱਲ ਤਾਂ ਇਹ ਹੈ ਕਿ ਇੱਥੇ ਜਿਹੜੀ ਮਤਲਬ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਜਿਹੜਾ ਹੈਗਾ ਲੋਕ ਨੁਮਾਇੰਦਿਆਂ ਦਾ ਜਿਹੜਾ ਪ੍ਰਾਵਧਾਨ, ਜਿਹੜਾ ਲੱਖਾਂ ਕਰੋੜਾਂ ਅਰਬਾਂ ਰੁਪਈਆਂ ਦਾ ਖਰਚਾ ਹੁੰਦਾ ਹੈ ਸਾਡੇ ਮਤਲਬ ਟੈਕਸਾਂ ਦੇ ਵਿੱਚੋਂ, ਇਹ ਸਾਰਾ ਕਿਸ ਚੀਜ਼ ਵਾਸਤੇ? ਇਹਦੀ ਹੋਂਦ ਤੇ ਸਵਾਲ ਨਹੀਂ ਹੈ ਇਹ। ਫਿਰ ਜੇ ਅਦਾਲਤ ਦੇ ਵਿੱਚ ਹੀ ਸਭ ਕੁਝ ਨਿਬੜਨਾ ਹੈ ਤੇ ਫਿਰ ਇਹ ਤਿੰਨ ਚਾਰ ਢਾਂਚੇ ਖੜੇ ਕਰਨ ਦੀ ਕੀ ਜ਼ਰੂਰਤ ਰਹੇਗੀ? ਸੋ ਮਤਲਬ ਜਿਹੜੇ ਹੈਗੇ ਸਾਨੂੰ, ਜੇ ਅਸੀਂ ਇੱਕ ਪਾਸੇ, ਮੈਂ ਵਾਰ-ਵਾਰ ਇਹ ਗੱਲ ਕਰਦਾ ਕਿ ਜੇਕਰ ਅਸੀਂ ਉਸ ਦਾਅਵੇ ਦੇ ਉੱਤੇ ਕਾਇਮ ਹੈ, ਉਸ ਵਾਅਦੇ ਦੇ ਉੱਤੇ ਕਾਇਮ ਹੈ ਕਿ ਅਸੀਂ ਰੰਗਲਾ ਕਰਨਾ ਇਹਨੂੰ, ਤਾਂ ਰੰਗਲਾ ਕਰਨ ਵਾਸਤੇ ਜਿਹੜਾ ਹੈਗਾ ਨਾ ਜੀ, ਉਹ ਮਤਲਬ ਮੁੱਢ ਲਾ ਤੋਂ ਕਿਸੇ ਵੱਖਰੇ ਮਾਈਂਡ ਸੈਟ ਦੇ ਨਾਲ ਸੋਚ ਕੇ ਅੱਗੇ ਵਧਣਾ ਪਊਗਾ। ਇਹ ਮਤਲਬ ਜਿਹੜੀਆਂ ਪਈਆਂ ਹੋਈਆਂ ਪਿਰਤਾਂ ਨੇ ਜਾਂ ਮਤਲਬ ਟਾਈਮ ਪਾਸ ਜਿਹੜੀ ਹੈਗੀ ਆ ਮਾਨਸਿਕਤਾ, ਇਹਨਾਂ ਗੱਲਾਂ ਦੇ ਵਿੱਚੋਂ ਤਾਂ ਥੋੜਾ ਜਿਹਾ ਉੱਪਰਨਾ ਪਊਗਾ। ਤੇ ਦੂਜੀ ਗੱਲ, ਇਸ ਗੱਲ ਨੂੰ ਮਤਲਬ ਜਿਹੜਾ ਹੈਗਾ ਹਮੇਸ਼ਾ ਅੱਗੇ ਰੱਖ ਕੇ ਚੱਲਣਾ ਪਊਗਾ ਕਿ ਜਿਹੜੀਆਂ ਫਾਲਟ ਲਾਈਨਸ ਹੈ ਡੂੰਘੀਆਂ ਹੋ ਚੁੱਕੀਆਂ ਨੇ, ਸੱਥਾਂ ਤੱਕ ਪਹੁੰਚ ਚੁੱਕੀਆਂ। ਇਹਦਾ ਕੋਈ ਵੀ ਟਿਕਾਊ ਹੱਲ ਜਿਹੜਾ ਨਾ, ਟਿਕਾਊ ਹੱਲ ਮਤਲਬ ਜਿਹੜਾ ਹੈ ਉਹ ਰਹਿ ਨਹੀਂ ਗਿਆ, ਉਹਦਾ ਸਮਾਂ ਨਹੀਂ ਰਹਿ ਗਿਆ। ਕੋਈ ਅੱਜ ਸਮਝ ਜੇ, ਕੋਈ ਕੱਲ ਸਮਝ ਜੇ, ਇਹ ਗੱਲ ਵੱਖਰੀ। ਮੈਨੂੰ ਤਾਂ ਇਹ ਲੱਗਦਾ ਸੁਖਵਿੰਦਰ। ਡਾਕਟਰ ਸਾਹਿਬ, ਮੇਰਾ ਨਾ ਆਖਰੀ ਸਵਾਲ ਆ ਕਿ ਕਈ ਵਾਰੀ ਕੋਈ ਕਹਿ ਦਿੰਦਾ ਹੈ ਕਿ ਫੈਕਟਰੀਆਂ ਜਾਂ ਕਾਰਖਾਨੇ ਜਾਂ ਜੋ ਵੀ ਜਿਹਨੂੰ ਵਿਕਾਸ ਦਾ ਨਾਮ ਦਿੱਤਾ ਜਾਂਦਾ ਆ, ਜਿਵੇਂ ਹਾਈਵੇ ਲੰਘਣੇ ਨੇ, ਜ਼ਮੀਨਾਂ ਐਕਵਾਇਰ ਹੋਣੀਆਂ ਨੇ, ਉਹ ਕਹਿੰਦੇ ਜਦੋਂ ਕੋਈ ਵਿਕਾਸ ਹੁੰਦਾ ਆ ਤਾਂ ਉਹਦੇ ਲਈ ਥੋੜਾ ਬਹੁਤਾ ਖਾਮਿਆਜ਼ਾ ਜਿਹੜਾ ਆ ਉਹ ਲੋਕਾਂ ਨੂੰ ਭੁਗਤਣਾ ਪੈਂਦਾ, ਮਾੜਾ ਮੋਟਾ ਮਤਲਬ ਕਿ ਨੁਕਸਾਨ ਝੱਲਣਾ ਪੈਂਦਾ। ਉਹ ਕਿਸੇ ਵੀ ਢੰਗ ਦਾ ਹੋਵੇ, ਆਰਥਿਕ ਤੌਰ ਤੇ ਹੋਵੇ ਜਾਂ ਸਰੀਰਕ ਤੌਰ ਤੇ ਹੋਵੇ ਜਾਂ ਕਿਸੇ ਵੀ ਢੰਗ ਦਾ ਹੋਵੇ। ਦੂਜਾ ਇਹ ਆ ਕਿ ਜਿਵੇਂ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਬਾਹਰ ਜਾ ਕੇ ਇਨਵੈਸਟ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ, ਕਿ ਉਹਨਾਂ ਨੂੰ ਕਿਹਾ ਕਿ ਇਨਵੈਸਟ ਇਜ਼ ਬੈਸਟ, ਟਾਟਾ ਦਾ ਸਟੀਲ ਪਲਾਂਟ ਆ ਜਾਣਾ, ਉਹ ਟੈਕਸਟਾਈਲ ਪਾਰਕ ਦਾ ਰੌਲਾ ਤੁਸੀਂ ਸੁਣਿਆ ਹੋਣਾ, ਉਹ ਤਾਂ ਹੁਣ ਕਹਿੰਦੇ ਪੰਜਾਬ ਵਿੱਚ ਸ਼ਾਇਦ ਲੱਗਣਾ ਨਹੀਂ, ਉਹਨੂੰ ਲੈ ਕੇ ਵੀ ਇੱਕ ਘੁੰਮ ਫਿਰ ਕੇ ਸਵਾਲ ਜਿਹੜਾ ਆ ਉਹ ਸਰਕਾਰਾਂ ਤੋਂ ਬਾਅਦ ਧਰਨਾਕਾਰੀਆਂ ਤੇ ਆ ਕੇ ਮੁੱਕ ਜਾਂਦਾ। ਕਹਿੰਦੇ ਕਿ ਧਰਨਾਕਾਰੀ ਜਿਹੜੇ ਨੇ ਉਹ ਵਿਕਾਸ ਦੇ ਰਾਹ ਦੇ ਵਿੱਚ ਅੜਿੱਕਾ ਡਾਉਂਦੇ ਨੇ। ਉਹ ਕਈ ਕਹਿੰਦੇ ਇਹੋ ਜਿਹੇ ਹੁੰਦੇ ਨੇ ਕਿ ਉਹਨਾਂ ਨੇ ਜ਼ਿੱਦ ਹੀ ਫੜੀ ਹੁੰਦੀ ਆ ਕਿ ਅਸੀਂ ਜਿਹੜਾ ਆ ਇਹਦਾ ਜੇ ਹੁਣ ਫੈਕਟਰੀ ਬੰਦ ਕਰਾਉਣੀ ਹੈ ਜਾਂ ਕੁਝ ਵੀ ਇਹੋ ਜਿਹਾ ਵਿਰੋਧ ਪ੍ਰਦਰਸ਼ਨ ਕਰਨਾ ਤਾਂ ਉਹ ਕਰਨਾ ਹੀ ਕਰਨਾ ਆ। ਉਹ ਇੱਕ ਆਦਤ ਜਾਂ ਇੱਕ ਮਜਬੂਰੀ ਇਸ ਤਰ੍ਹਾਂ ਮਤਲਬ ਕਿ ਉਂਗਲ ਉੱਠ ਜਾਂਦੀ ਹੈ ਕਿ ਇਹ ਅੜਿੱਕਾ ਬਣਦੇ ਨੇ। ਇਸੇ ਕਰਕੇ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹਿੰਦੇ। ਕਦੇ ਕੋਈ ਰੇਲ ਰੋਕ ਲੈਂਦਾ, ਕਦੇ ਕੋਈ ਟੋਲ ਪਲਾਜ਼ੇ ਰੋਕ ਲੈਂਦਾ, ਕਦੇ ਕੋਈ ਮੁੱਖ ਮੰਤਰੀ ਦੀ ਕੋਠੀ ਘੇਰ ਲੈਂਦਾ। ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਸੁਖਵਿੰਦਰ, ਗੱਲ ਤਾਂ ਇਹ ਹੈਗੀ ਹੈ ਕਿ ਮਤਲਬ ਇਹ ਜਿਹੜੇ ਹੈ ਨਾ ਸਾਰੇ ਦੋਨਾਂ ਸਿਰਿਆਂ ਤੇ ਖੜ ਕੇ ਕਰਨ ਵਾਲੀਆਂ ਗੱਲਾਂ ਲੱਗਦੀਆਂ ਨੇ। ਦੋਨੋਂ ਕਾਰਨਰਸ ਤੋਂ ਮਤਲਬ ਰੱਖਿਆ ਹੋਇਆ ਵਿਊ ਪੁਆਇੰਟ ਜਿਹੜਾ ਹੈ, ਇਹਨੂੰ ਕਿਸੇ ਨੇ ਵੀ ਸਿਆਣੀ ਗੱਲ ਨਹੀਂ ਕਹਿਣਾ। ਚਾਹੇ ਕੋਈ ਇਹ ਕਹਿ ਰਿਹਾ ਹੋਵੇ ਕਿ ਧਰਨਾਕਾਰੀ ਲੋਕ ਉੱਠ ਖੜਦੇ ਨੇ ਜੀ, ਇਸ ਐਂਗਲ ਤੋਂ ਕਹਿ ਦਈਏ ਕਿ ਵਿਕਾਸ ਦੀ ਬਹੁਤ ਵੱਡੀ ਲੋੜ ਹੈ, ਇਹ ਐਂਗਲ ਦੇ ਦਈਏ, ਤੇ ਜਾਂ ਫਿਰ ਮਤਲਬ ਜਿਹੜਾ ਹੈਗਾ ਅਸੀਂ ਲੋਕ ਵੀ ਜਿਹੜਾ ਹੈਗਾ, ਜੇ ਅਸੀਂ ਮੰਨ ਲਓ ਕਿ ਇਹਨਾਂ ਗੱਲਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਹੀ ਕਰ ਦਿਆਂਗੇ
ਔਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ ਹੀ ਨਾ ਕਿ ਮਤਲਬ ਜੇ ਕੋਈ ਰੋਡ ਨਿਕਲ ਰਿਹਾ ਹੈ ਜਾਂ ਕੋਈ ਫੈਕਟਰੀ ਲੱਗ ਰਹੀ ਹੈ ਤੇ ਉਹਦੇ ਮਤਲਬ ਜਿਹੜਾ ਹੈਗਾ ਵੀ ਉਹਦਾ ਕੋਈ ਬਿਨਾਂ ਵਜ੍ਹਾ ਤੋਂ ਜਾਂ ਕਿਸੇ ਬਿਨਾਂ ਕਿਸੇ ਨੁਕਤੇ ਨਿਗਾਹ ਤੋਂ ਅਗਰ ਉਹ ਕਰਾਂਗੇ ਤਾਂ ਦੋਨੋਂ ਗੱਲਾਂ ਹੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਠੀਕ ਨਹੀਂ ਹੋਣਗੀਆਂ ਇੱਕ ਚੀਜ਼। ਪਰ ਗੱਲ ਤਾਂ ਇਹ ਹੈ ਕਿ ਜੇਕਰ ਤਾਂ ਸੁਖਵਿੰਦਰ ਇਹਨਾਂ ਦੀ ਹੁਣ ਕਿਸੇ ਵੀ ਇਸ ਇੰਡਸਟਰੀ ਦੇ ਮਾਮਲੇ 'ਚ ਤੇ ਜਾਂ ਰੋਡਸ ਦੇ ਮਾਮਲੇ 'ਚ ਤੁਸੀਂ ਦੋ ਗੱਲਾਂ ਕੀਤੀਆਂ ਨੇ। ਇਹਦੇ ਵਿੱਚ ਤੁਸੀਂ ਇਹਦੇ ਲਈ ਬਣੇ ਹੋਏ ਜਿਹੜੇ ਰੂਲ ਰੈਗੂਲੇਸ਼ਨਸ ਹੈ ਉਹਨਾਂ ਨੂੰ ਪੜ੍ਹ ਕੇ ਤਾਂ ਦੇਖੋ। ਮੈਂ ਕਹਿੰਦਾ ਹੈ ਕਿ ਉਹ ਰੂਲ ਰੈਗੂਲੇਸ਼ਨਸ, ਇੱਕ ਹਾਈਵੇ ਦਾ ਰੂਲ ਰੈਗੂਲੇਸ਼ਨ ਅਕਵਾਇਰਿੰਗ ਦਾ ਹੈਗਾ ਜਿਹੜਾ, ਉਹਦੇ ਸਾਰੇ ਪ੍ਰਾਵਧਾਨ ਪੜ੍ਹ ਕੇ ਦੇਖ ਲਓ। ਇੱਕ ਫੈਕਟਰੀ ਜਿਹੜੀ ਲੱਗਦੀ ਹੈ ਉਹਦੇ ਸਾਰੇ ਨਿਯਮ ਕਾਨੂੰਨ ਜਿਹੜੇ ਬਣੇ ਹੋਏ ਨੇ, ਬਣਾਏ ਗਏ ਨੇ, ਔਰ ਮਤਲਬ ਉਹਨੂੰ ਤੁਸੀਂ ਪੜ੍ਹ ਕੇ ਦੇਖ ਲਓ, ਉਹਦੇ ਤੇ ਨਜ਼ਰਸਾਨੀ ਕਰਕੇ ਦੇਖੋ। ਮੈਂ ਕਹਿੰਦਾ ਉਹਦੇ ਵਿੱਚੋਂ ਜੇ 10 ਦੇ ਵਿੱਚੋਂ 8 ਚੀਜ਼ਾਂ ਵੀ ਲਾਗੂ ਹੋ ਜਾਣ ਤਾਂ ਲੋਕ ਵਿਰੋਧ ਤਾਂ ਕਰ ਹੀ ਨਹੀਂ ਸਕਦੇ। ਕਿਸ ਗੱਲ ਦੇ ਨਾਲ ਕਰਨਗੇ? ਹੁਣ ਰੀਹੈਬਿਲਾਈਜੇਸ਼ਨ ਜਿਹੜੀ ਹੈਗੀ ਹੈ, ਇੱਕ ਬੰਦੇ ਦੀ ਇੱਕ ਜ਼ਮੀਨ ਅਕਵਾਇਰ ਹੁੰਦੀ ਹੈ, ਹੁਣ ਉਹਦਾ ਰੀਹੈਬਿਲਾਈਜੇਸ਼ਨ ਜਿਹੜੇ ਉਹਦੇ ਪ੍ਰਾਵਧਾਨ ਜਿਹੜੇ ਉਹਦੇ ਵਿੱਚ ਦਿੱਤੇ ਹੋਏ ਨੇ, ਕਿਵੇਂ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਧਿਆਨ ਰੱਖਣਾ ਹੈ, ਕਿਵੇਂ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਹੈ, ਕਿਵੇਂ ਉਹਨਾਂ ਨੂੰ ਦੁਬਾਰਾ ਉੱਥੇ ਕਿਤੇ ਜਿਹੜਾ ਹੈਗਾ ਪੁਨਰ ਸੈਟਲਮੈਂਟ ਉਹਨਾਂ ਦੀ ਕਰਨੀ ਹੈ। ਅਗਰ ਤੁਸੀਂ ਉਹਨੂੰ ਮਤਲਬ 80% ਵੀ ਲਾਗੂ ਕਰ ਦਿੰਦੇ ਹੋ, 100% ਨੂੰ ਛੱਡੋ, ਤਾਂ ਕੌਣ ਬੋਲੇਗਾ ਤੁਹਾਡੇ? ਕਿਉਂ ਬੋਲੇਗਾ ਕੋਈ? ਸੋ ਗੱਲ ਤਾਂ ਅਸਲ ਦੇ ਵਿੱਚ ਇਹ ਹੈ, ਜਿੱਥੇ ਸਮੱਸਿਆ ਪਈ ਹੋਈ ਹੈ ਅਸੀਂ ਉਸ ਸਮੱਸਿਆ ਦੇ ਵੱਲ ਕਿਉਂ ਨਹੀਂ ਧਿਆਨ ਕਰਦੇ? ਸਮੱਸਿਆ ਇਹ ਤਾਂ ਇੱਕ ਦੂਜੇ ਨੂੰ ਸੰਬੋਧਨ ਹੋਣ ਵਾਲੇ ਛਾਤਰ ਦਿਮਾਗਾਂ ਚੋਂ ਨਿਕਲੇ ਹੋਏ ਸਲੋਗਨ ਨੇ, ਜਿਹੜੇ ਇਹ ਦੋਨਾਂ ਸਾਈਡਾਂ ਤੇ ਖੜ ਕੇ ਬਿਆਨਬਾਜ਼ੀ ਹੋ ਰਹੀ ਹੈ। ਅਸਲ ਦੇ ਵਿੱਚ ਪਤਾ ਕੁੱਲ ਨੂੰ ਹੈ, ਸਭ ਨੂੰ ਪਤਾ ਹੈ ਕਿ ਰੂਲ ਐਂਡ ਰੈਗੂਲੇਸ਼ਨਸ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ, ਹੁਣ ਕਿਸੇ ਫੈਕਟਰੀ ਦੇ ਮਾਮਲੇ ਦੇ ਵਿੱਚ ਆ ਜਾਓ, ਇੱਕ ਇੰਡਸਟਰੀ ਜਿਹੜੀ ਹੈ, ਇੰਡਸਟਰੀ ਦਾ ਪਹਿਲਾਂ ਤਾਂ ਉੱਥੇ ਕਿਸੇ ਵੀ ਜਗ੍ਹਾ ਦੇ ਉੱਪਰ ਜਿਹੜਾ ਲੱਗਣਾ ਜਿਹੜਾ ਹੈਗਾ, ਕੀ ਉਹਦੇ ਵਾਸਤੇ ਜਿਹੜੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਜ਼ਰੂਰੀ ਹੈ, ਅਗਰ ਉਹ ਪ੍ਰੋਪਰ ਇੰਪਲੀਮੈਂਟ ਹੋ ਰਹੀਆਂ ਹੋਣ, ਠੀਕ ਹੈ। ਹੁਣ ਇੱਕ ਸ਼ੈਲਰ ਵੀ ਲੱਗਣਾ ਤਾਂ ਉਹਦੇ ਸਰਾਊਂਡਿੰਗ ਦੇ ਵਿੱਚ ਇੰਨੀ ਦੂਰੀ ਤੇ ਰੈਜ਼ੀਡੈਂਸ ਨਹੀਂ ਹੋਣਾ ਚਾਹੀਦਾ, ਰੈਜ਼ੀਡੈਂਸ਼ੀਅਲ ਏਰੀਆ 'ਚ ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਉੱਤੇ ਮਤਲਬ ਜਿਹੜੇ ਬਾਬੂ ਲੋਕ ਨੇ ਉਹ ਘੁੱਗੀ ਮਾਰਦੇ ਨੇ, ਠੀਕ ਹੈ, ਉਹ ਫਿਰ ਉਹ ਜਿਹੜੀ ਮਤਲਬ ਸਾਰੇ ਰੂਲ ਰੈਗੂਲੇਸ਼ਨ ਅੱਖੋਂ ਪਰੋਖੇ ਕਰਕੇ ਮਾਰੀਆਂ ਹੋਈਆਂ ਘੁੱਗੀਆਂ ਜਿਹੜੀਆਂ, ਉਹ ਸਮੱਸਿਆ ਖੜੀ ਕਰਦੀਆਂ। ਇਸੇ ਤਰ੍ਹਾਂ ਹਰੇਕ ਇੰਡਸਟਰੀ ਦੇ ਵਾਸਤੇ ਹੈਗਾ। ਸੋ ਅਸੀਂ ਸਮੱਸਿਆ ਦੀ ਜੜ ਦੇ ਵੱਲ ਕਿਉਂ ਨਹੀਂ ਜਾਂਦੇ? ਅਸੀਂ ਇਹ ਕਿਉਂ ਨਹੀਂ ਦੇਖ ਰਹੇ ਕਿ ਜੇਕਰ ਅਸੀਂ ਜੋ ਨਾਰਮਸ ਫਾਈਨਲ ਕੀਤੇ ਗਏ ਨੇ, ਅਗਰ ਉਹਨਾਂ ਨੂੰ, ਮੈਂ ਕਹਿੰਦਾ ਅਗਰ ਉਹਨਾਂ ਨੂੰ ਫਾਲੋ ਕਰਨ ਦੇ ਬਾਵਜੂਦ ਵੀ ਅਗਰ ਕੋਈ ਸਮੱਸਿਆਵਾਂ ਆਉਂਦੀਆਂ ਤਾਂ ਵੀ ਸਾਡੇ ਕੋਲੇ ਸਾਡਾ ਮਾਈਂਡਸੈਟ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਅਸੀਂ ਮਤਲਬ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਅਗਰ ਕਿਸੇ ਨੂੰ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਉਹਨੂੰ ਵੀ ਸੁਣਨ ਦਾ ਪ੍ਰਾਵਧਾਨ ਰੱਖਿਆ ਹੋਵੇ। ਜਦ ਕਿ ਅਸੀਂ ਤਾਂ ਅਜੇ ਤੱਕ ਇੱਥੇ ਵੀ ਨਹੀਂ ਪਹੁੰਚ ਸਕੇ ਕਿ ਕੋਈ ਪਬਲਿਕ ਹੀਅਰਿੰਗ ਪ੍ਰੋਪਰ ਹੋ ਰਹੀ ਹੈ ਕਿ ਨਹੀਂ ਹੋ ਰਹੀ। ਕੋਈ ਮਤਲਬ ਜਿਹੜਾ ਹੈਗਾ ਜਿੰਨਾ ਉਸ ਏਰੀਏ ਦੇ ਵਾਸਤੇ ਜਿਹੜੇ ਕੋਈ ਉਹਨਾਂ ਨੂੰ ਮਤਲਬ ਜਿਹੜੀ ਉਹਨਾਂ ਦੀ ਟਰਨਓਵਰ ਚੋਂ ਜਾਂ ਪ੍ਰੋਫਿਟ ਦੇ ਵਿੱਚੋਂ ਜਿਹੜੇ ਕੋਈ ਰੱਖੇ ਹੋਏ ਨੇ ਪ੍ਰਾਵਧਾਨ ਕਿ ਉੱਥੇ ਕੋਈ ਜਿਹੜੇ ਸਾਈਡ ਇਫੈਕਟ ਆ ਰਹੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਜਾਂਚਿਆ ਜਾਵੇ, ਉਹਨਾਂ ਨੂੰ ਦੂਰ ਕੀਤਾ ਜਾਵੇ, ਉਹਨਾਂ ਦਾ ਹੱਲ ਕੀਤਾ ਜਾਵੇ। ਕੀ ਕੋਈ ਇੰਡਸਟਰੀ ਉਹਦੇ ਵਾਸਤੇ ਮਤਲਬ ਅੱਗੇ ਆ ਰਹੀ ਹੈ, ਮਤਲਬ ਕਰ ਰਹੀ ਹੈ ਉਹ ਕੰਮ ਕਿ ਨਹੀਂ ਕਰ ਰਹੀ? ਸੋ ਇਹ ਸਾਰੀਆਂ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਆਫ ਲਾਜ਼ ਜਿਹੜਾ ਹੈਗਾ, ਕਮੀ ਤਾਂ ਇੱਥੇ ਹੈ। ਜੇ ਇਹ ਪ੍ਰੋਪਰ ਹੋਈ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਕੋਈ ਦਿੱਕਤ ਆਵੇਗੀ। ਸੋ ਸਾਨੂੰ ਸਮੱਸਿਆ ਦੇ ਹੱਲ ਵੱਲ ਨਹੀਂ ਜਾਂਦੇ, ਅਸੀਂ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਨਾ ਇੱਕ ਸ਼ਰਾਰਤੀ ਦਿਮਾਗ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਕਿਸੇ ਹੋਰ ਥਾਵਾਂ ਦੇ ਉੱਤੇ ਉਲਝਾਉਣਾ ਚਾਹੁੰਦੇ ਆ। ਮੈਨੂੰ ਤਾਂ ਇਹ ਲੱਗਦਾ ਇਹਦੇ ਵਿੱਚ। ਜੀ ਸੁਖਵਿੰਦਰ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਮਿਹਰਬਾਨੀ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਿੰਦਰ ਸਿੰਘ ਜ਼ੀਰਾ ਫੈਕਟਰੀ ਤੋਂ ਲੈ ਕੇ ਤਮਾਮ ਉਹਨਾਂ ਸਵਾਲਾਂ ਉੱਤੇ ਚਰਚਾ ਕੀਤੀ ਹੈ ਜਿਹੜੇ ਤੁਹਾਡੇ ਮਨਾਂ ਦੇ ਵਿੱਚ ਵੀ ਵਲਵਲੇ ਉੱਠਦੇ ਹੋਣਗੇ ਕਿ ਇਹਦੇ ਬਾਰੇ ਮਤਲਬ ਕਿ ਕੀ ਸੋਚਣਾ ਆ ਜਾਂ ਇਹਨੂੰ ਕਿਸ ਢੰਗ ਨਾਲ, ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਜਦੋਂ ਗੱਲ ਧਰਨਾਕਾਰੀਆਂ ਦੀ ਤੁਰਦੀ ਹੈ ਜਾਂ ਜਦੋਂ ਗੱਲ ਤੁਹਾਡੇ ਆਪਣੇ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਜਾਂ ਪੰਜਾਬ ਦੇ ਭਵਿੱਖ ਦੀ ਗੱਲ ਹੁੰਦੀ ਹੈ ਕਿ ਤੁਸੀਂ ਸਭ ਕੁਝ ਗੰਧਲਾ ਕਰ ਦਿਓਗੇ। ਉਹ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਫੈਕਟਰੀਆਂ ਲਾ ਰਹੇ ਹਾਂ, ਅਸੀਂ ਵਿਕਾਸ ਕਰ ਰਹੇ ਹਾਂ, ਉਹਦੇ ਨਾਮ ਦੇ ਉੱਤੇ ਕਿਸ ਢੰਗ ਨਾਲ ਵਿਨਾਸ਼ ਕਰਦੇ ਨੇ? ਬੜੇ ਅਹਿਮ ਸਵਾਲ ਨੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।